ਇੱਕ ਤਾਂ ਇਹ ਹੈ ਵੀ ਜੋ ਇਹ ਉਭਾਰ ਜਾਂ ਅੰਦੋਲਨ ਪ੍ਰਗਟ ਹੋ ਰਿਹਾ ਹੈ, ਇਹਦਾ ਖਾਸਾ ਕੀ ਹੈ। ਦੂਜਾ, ਇਹਦਾ ਭਵਿੱਖ ਕੀ ਹੈ। ਉਨਾ ਹੀ ਅਹਿਮ ਸਵਾਲ ਇਹ ਹੈ, ਜਿਸ ਕਿਸਮ ਦੀ ਡਾਈਵਰਸ ਤੇ ਵਿਆਪਕ ਪਾਰਟਿਸਪੇਸ਼ਨ ਹੋ ਰਹੀ ਹੈ, ਉਹਦੇ ਚੋਂ ਮਤਲਬ ਇਹ ਲੱਗਦਾ ਹੈ ਕਿ ਇਮੀਡੀਏਟ ਕਾਰਨ ਭਾਵੇਂ ਇਹ ਆਰਡੀਨੈਂਸ ਬਣ ਗਿਆ, ਪਰ ਲੋਕਾਂ ਦੇ ਅੱਡ-ਅੱਡ ਵਰਗਾਂ ਦੇ ਮਨਾਂ 'ਚ ਹੋਰ ਬਹੁਤ ਕੁਝ ਰਿੱਝ ਪੱਕ ਰਿਹਾ ਸੀ, ਜਿਹੜਾ ਇਸ ਮੌਕੇ ਤੇ ਪ੍ਰਗਟ ਹੋ ਗਿਆ। ਇਹ ਮਸਲਾ ਨਿਰੋਲ ਆਰਥਿਕ ਨਹੀਂ, ਉਨੇ ਹੀ ਅਹਿਮ ਰੂਪ 'ਚ ਰਾਜਨੀਤਿਕ। ਆਰਥਿਕ ਜੇ ਆਪਾਂ ਦੇਖੀਏ, ਉਹ ਹੈ ਪੂੰਜੀਵਾਦ ਲਿਆਉਣਾ। ਰਾਜਨੀਤਿਕ ਕਿ ਭਾਰਤ ਨੂੰ ਇੱਕ ਕੌਮ ਵਜੋਂ ਢਾਲਣਾ, ਇਹਦੀ ਇੱਕ ਕੌਮ ਬਣਾਉਣੀ, ਜਿਹਦਾ ਮਤਲਬ ਇੱਥੇ ਜੋ ਵੰਨ ਸੁਵੰਨਤਾ ਹੈ, ਡਿਵਰਸਿਟੀ ਹੈ, ਉਹ ਖਤਮ ਕਰਨੀ। ਉਹਦੇ ਵਿੱਚੋਂ ਇਹ ਸਾਰੀਆਂ ਪਾਲਿਸੀਜ਼ ਆ ਰਹੀਆਂ ਨੇ। ਖਾਸ ਕਰਕੇ ਜਦੋਂ ਦਾ ਮੋਦੀ ਆਇਆ, ਉਹਦੇ 'ਚੋਂ ਤੁਸੀਂ ਦੇਖੋ ਜਿੰਨਾ ਉਹ ਜ਼ੋਰ ਦੇ ਰਿਹਾ, ਇੱਕ ਨੇਸ਼ਨ ਇੱਕ ਇਲੈਕਸ਼ਨ, ਇੱਕ ਨੇਸ਼ਨ ਇੱਕ ਰਾਸ਼ਨ ਕਾਰਡ, ਇੱਕ ਨੇਸ਼ਨ ਇੱਕ ਭਾਸ਼ਾ, ਇੱਕ ਨੇਸ਼ਨ ਇੱਕ ਮੰਡੀ, ਇੱਕ ਸਾਰਤਾ ਲਿਆਉਣ ਤੇ ਸਾਰਾ ਜ਼ੋਰ ਹੈ ਵੀ ਹਰ ਚੀਜ਼ 2 3 ਜਾਂ 4 5 6 ਨਾ ਰਹਿਣ ਦਿਓ, ਉਹਨੂੰ ਇੱਕ ਬਣਾਓ। ਇਹ ਜਿਹੜੀ ਜੰਗ ਹੈ, ਇਹਨੂੰ ਅੰਦੋਲਨ ਨਾ ਕਹੀਏ, ਇਹ ਜੰਗ ਹੈ, ਇਹ ਫੈਸਲਾ ਕੋਲ ਹੈ। ਪਰ ਮੇਰੇ ਮੁਤਾਬਕ ਇਹ ਵਾਟਰਲੂ ਹੈ, ਕਿਉਂਕਿ ਇਹਦੇ ਵਿੱਚੋਂ ਇਸ ਖਿੱਤੇ ਦਾ, ਇਸ ਕੰਟੀਨੈਂਟ ਦਾ ਭਵਿੱਖ ਤੈਅ ਹੁੰਦਾ ਹੈ। ਜੇ ਮੋਦੀ ਪਿੱਛੇ ਹਟਣ ਲਈ ਮਜਬੂਰ ਹੁੰਦਾ ਹੈ ਤਾਂ ਸਾਰੀ ਸਿਆਸਤ ਦਾ ਰੰਗ ਬਦਲੂਗਾ। ਜੇ ਕਿਸਾਨ ਹਾਰ ਜਾਂਦੇ ਨੇ, ਫਿਰ ਇਹ ਹੈ ਕਿ ਜਿਹੜਾ ਮੋਦੀ ਦਾ ਹੌਸਲਾ ਹੈ, ਉਹਦਾ ਆਫੈਂਸ ਹੈ, ਉਹ ਬੜਾ ਹੋਰ ਹੰਕਾਰ ਆਊਗਾ ਤੇ ਉਹਨੇ ਹੋਰ ਦਰੜਨਾ। ਤੁਸੀਂ ਦੇਖੋ ਕਈ ਥਾਵਾਂ ਤੇ ਬੁਲਾਰੇ ਬਾਰ-ਬਾਰ 84 ਦਾ ਜ਼ਿਕਰ ਲਿਆਉਂਦੇ ਆ, ਬਾਰ-ਬਾਰ ਸੰਤ ਭਿੰਡਰਾਂ ਵਾਲੇ ਦਾ ਜ਼ਿਕਰ ਆਉਂਦਾ। ਸੋ ਜਦੋਂ ਕਿਤੇ ਜ਼ਿਕਰ ਹੁੰਦਾ ਹੈ ਤੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਤੇ ਜਜ਼ਬਾ ਪੈਦਾ ਹੁੰਦਾ। ਜਦੋਂ ਵੀ ਸਿੱਖ ਕੌਮ ਤੇ ਭੀੜ ਬਣੂ ਤਾਂ ਉਹ ਭਿੰਡਰਾਂ ਵਾਲੇ ਨੂੰ ਆਵਾਜ਼ਾਂ ਦੇ, ਉਹ ਯਾਦ ਆਉਣਾ ਹੀ ਆਉਣਾ ਭਿੰਡਰਾਂ। ਸਰਦਾਰ ਰਜਵੀਰ ਸਿੰਘ, ਜਿਸ ਤਰ੍ਹਾਂ ਹੁਣ ਦੇ ਸਮੇਂ ਦੇ ਵਿੱਚ ਆਪਾਂ ਦੇਖੀਏ ਤੇ ਇੱਕ ਬੜਾ ਵੱਡਾ ਉਭਾਰ ਪੰਜਾਬ ਦੇ ਵਿੱਚ ਆਇਆ। ਵੈਸੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਆਇਆ, ਪਰ ਲਗਭਗ ਸਮਾਜ ਦਾ ਹਰੇਕ ਵਰਗ ਇਸ ਵੇਲੇ ਇਹਦੇ ਵਿੱਚ ਸ਼ਾਮਲ ਹੈ। ਹਾਂਜੀ। ਸੋ ਤੁਹਾਡਾ ਆਪਣਾ ਇੱਕ ਸੰਘਰਸ਼ਾਂ ਦੇ ਪ੍ਰਤੀ ਜਾਂ ਲੋਕ ਲਹਿਰਾਂ ਦੇ ਪ੍ਰਤੀ ਇੱਕ ਨਜ਼ਰੀਆ ਰਿਹਾ, ਪ੍ਰਚੋਰ ਕਰਦੇ ਰਹੇ ਹੋ। ਸੋ ਤੁਸੀਂ ਇਹ ਜਿਹੜਾ ਉਭਾਰ ਹੁਣ ਪੰਜਾਬ ਦੇ ਵਿੱਚ ਖੇਤੀ ਆਰਡੀਨੈਂਸਾਂ ਜਾਂ ਹੁਣ ਬਿੱਲ ਬਣ ਗਏ ਨੇ, ਕਾਨੂੰਨ ਬਣਨ ਜਾ ਰਹੇ ਹੈ, ਉਹਦੇ ਸੰਬੰਧ ਦੇ ਵਿੱਚ ਆਇਆ, ਇਹਦੇ ਬਾਰੇ ਤੁਸੀਂ ਕੀ ਦੇਖਦੇ ਹੋ? ਤੁਹਾਡਾ ਕੀ ਨਜ਼ਰੀਆ ਹੈ ਇਸ ਬਾਰੇ? ਦੇਖੋ, ਮੇਰਾ ਖਿਆਲ ਹੈ ਕਿ ਇਹਨੂੰ ਨਾ ਦੋ ਪੱਖਾਂ ਤੋਂ ਦੇਖਿਆ ਜਾ ਸਕਦਾ ਹੈ। ਇੱਕ ਤਾਂ ਇਹ ਹੈ ਵੀ ਜੋ ਇਹ ਉਭਾਰ ਜਾਂ ਅੰਦੋਲਨ ਪ੍ਰਗਟ ਹੋ ਰਿਹਾ ਹੈ, ਇਹਦਾ ਖਾਸਾ ਕੀ ਹੈ। ਦੂਜਾ, ਇਹਦਾ ਭਵਿੱਖ ਕੀ ਹੈ। ਉਨਾ ਹੀ ਅਹਿਮ ਸਵਾਲ ਇਹ ਹੈ। ਸੋ ਪਹਿਲਾਂ ਆਪਾਂ ਖਾਸੇ ਬਾਰੇ ਗੱਲ ਕਰਦੇ ਹਾਂ। ਮੇਰੀ ਧਾਰਨਾ ਇਹ ਹੈ ਕਿ ਇਹ ਠੀਕ ਹੈ ਕਿ ਇਹ ਲਾਮਬੰਦੀ ਕਿਸਾਨ ਆਰਡੀਨੈਂਸ ਦੇ ਮੁੱਦੇ ਤੇ ਹੋਈ ਹੈ, ਪਰ ਜਿਸ ਕਿਸਮ ਦੀ ਡਾਈਵਰਸ ਤੇ ਵਿਆਪਕ ਪਾਰਟਿਸਪੇਸ਼ਨ ਹੋ ਰਹੀ ਹੈ, ਉਹਦੇ 'ਚੋਂ ਮਤਲਬ ਇਹ ਲੱਗਦਾ ਹੈ ਕਿ ਇਮੀਡੀਏਟ ਕਾਰਨ ਭਾਵੇਂ ਇਹ ਆਰਡੀਨੈਂਸ ਬਣ ਗਿਆ, ਪਰ ਲੋਕਾਂ ਦੇ ਅੱਡ-ਅੱਡ ਵਰਗਾਂ ਦੇ ਮਨਾਂ 'ਚ ਹੋਰ ਬਹੁਤ ਕੁਝ ਰਿੱਝ ਪੱਕ ਰਿਹਾ ਸੀ, ਜਿਹੜਾ ਇਸ ਮੌਕੇ ਤੇ ਪ੍ਰਗਟ ਹੋ ਗਿਆ। ਜਿਵੇਂ ਤੇ ਜੇ ਤੁਸੀਂ ਅੱਜ ਦਾ ਜਿਹੜਾ ਪੰਜਾਬੀ ਟ੍ਰਿਬਿਊਨ ਆ, ਉਹਦਾ ਜਿਹੜਾ ਐਡੀਟੋਰੀਅਲ ਹੈ, ਉਹਦੇ ਉੱਤੇ ਉਹਨਾਂ ਨੇ ਇੱਕ ਪੱਛਮੀ ਵਿਦਵਾਨ ਦੀ ਕੋਟੇਸ਼ਨ ਲਾਈ ਹੈ, ਜਿਹਦੇ 'ਚ ਇਹ ਹੈ ਵੀ ਉਹਨੇ, ਉਸ ਵਿਦਵਾਨ ਨੇ ਇਹ ਲਿਖਿਆ ਕਿ ਅੰਦੋਲਨ ਲੋਕਾਂ ਦੇ ਮਨਾਂ ਦੇ ਮਾਹੌਲ ਤੋਂ ਪੈਦਾ ਹੁੰਦੀ ਹੈ। ਸੋ ਲੋਕਾਂ ਦੇ ਮਨਾਂ ਦਾ ਮਾਹੌਲ ਕੀ ਬਣਿਆ ਪਿਆ ਹੈ, ਇਹ ਬਹੁਤ ਦੇਖਣੀ। ਮੁੱਦੇ ਇਕੱਲੇ ਮੁੱਦੇ ਵੱਲ ਨਹੀਂ ਅਸੀਂ ਦੇਖ ਸਕਦੇ। ਸੋ ਇੱਕ ਗੱਲ ਤਾਂ ਨਿਸ਼ਚਿਤਤਾ ਨਾਲ ਕਹੀ ਜਾ ਸਕਦੀ ਹੈ, ਪੂਰੇ ਭਰੋਸੇ ਨਾਲ, ਕਿ ਜਿਹੜੀ ਲਾਮਬੰਦੀ ਹੋਈ ਹੈ ਉਹ ਬਹੁਤ ਹੀ ਉਤਸ਼ਾਹਜਨਕ ਹੈ। ਮਤਲਬ ਮੈਂ ਤਕਰੀਬਨ ਆਪਣੀ ਜ਼ਿੰਦਗੀ ਦੇ 50 ਸਾਲ ਪਿਛਲਿਆਂ 'ਚ ਜੋ ਜਿੰਨੇ ਕੁ ਉਭਾਰ ਦੇਖੇ ਹੋਏ ਨੇ,
ਬਹੁਤ ਉਭਾਰ ਤਕਰੀਬਨ ਇਹਦੇ ਜਿੰਨੇ ਜਾਂ ਇਦੋਂ ਵੀ ਪਾਵਰਫੁਲ ਉਭਾਰ ਦੇਖੇ ਨੇ, ਪਰ ਆ ਪਿਛਲੇ ਪੀੜ ਦੇ ਵਿੱਚ ਇਹ ਉਭਾਰ ਬਹੁਤ ਵੱਡਾ ਹੈ, ਲਾਮਬੰਦੀ ਬਹੁਤ ਤਕੜੀ ਹੈ। ਪਰ ਕਿਸੇ ਸੰਘਰਸ਼ ਦੀ ਜਿਹੜੀ ਜਿੱਤ ਹੈ ਉਹ ਨਿਰੋਲ ਲਾਮਬੰਦੀ ਤੇ ਨਿਰਭਰ ਨਹੀਂ ਕਰਦੀ। ਲਾਮਬੰਦੀ ਇੱਕ ਕੰਡੀਸ਼ਨ ਹੈ, ਐਬਸੋਲੂਟ ਨਹੀਂ। ਸੋ ਦੂਜਾ ਜਿਹੜਾ ਅਹਿਮ ਪੱਖ ਹੁੰਦਾ, ਜਿਹੜਾ ਪਿਛਲੇ ਸਾਰੇ 50 ਸਾਲਾਂ ਦੇ ਮੈਂ ਤਜਰਬੇ ਨੂੰ ਜੇ ਦੇਖੀਏ ਵੀ ਹੋਰ ਵੀ ਅੰਦੋਲਨ ਹੋਏ, ਉਭਾਰ ਹੋਏ, ਬੜਾ ਕੁਛ ਪ੍ਰਗਟ ਹੋਇਆ, ਉਹਦੇ 'ਚ ਹੈ ਕਿ ਬਹੁਤ ਅਹਿਮ ਪੱਖ ਇਹ ਹੁੰਦਾ ਵੀ ਜਿਹੜਾ ਅੰਦੋਲਨ ਲੜਿਆ ਜਾ ਰਿਹਾ ਹੈ ਉਹ ਕੀ ਪਰਸਪੈਕਟਿਵ ਸਾਹਮਣੇ ਰੱਖ ਕੇ ਲੜਿਆ ਜਾ ਰਿਹਾ ਹੈ, ਜਾਂ ਇਹ ਕਹਿ ਲਓ ਕਿ ਕਿਸ ਵਿਜ਼ਨ ਨਾਲ, ਕਿਸ ਦ੍ਰਿਸ਼ਟੀ ਨਾਲ ਉਹ ਅੰਦੋਲਨ ਲੜਿਆ ਜਾ ਰਿਹਾ ਹੈ। ਇਹ ਬਹੁਤ ਅਹਿਮ ਫੈਕਟਰ ਹੁੰਦਾ ਹੈ ਜਿੱਤ ਹਾਸਲ ਕਰਨ ਵਾਸਤੇ ਜਾਂ ਉਹਦੇ ਭਵਿੱਖ ਨੂੰ ਨਿਰਧਾਰਿਤ ਕਰਨ ਵਾਸਤੇ। ਜਿਹੜਾ ਪਰਸਪੈਕਟਿਵ ਦੀ ਗੱਲ ਜਾਂ ਦ੍ਰਿਸ਼ਟੀ ਦੀ ਗੱਲ ਹੈ ਉਹ ਲੀਡਰਸ਼ਿਪ ਨਾਲ ਜੁੜੀ ਹੁੰਦੀ ਹੈ। ਆਮ ਬੰਦੇ ਤਾਂ ਉਹਦੇ 'ਚ ਹਿੱਸੇਦਾਰ ਹੁੰਦੇ ਆ, ਸ਼ਾਮਲ ਹੁੰਦੇ ਆ। ਸੋ ਉਹ ਜਿਹੜਾ ਵਿਜ਼ਨ ਦੇਣਾ ਹੁੰਦਾ, ਜੋ ਦ੍ਰਿਸ਼ਟੀ ਦੇਣੀ ਹੁੰਦੀ ਹੈ, ਉਹ ਲੀਡਰਸ਼ਿਪ ਨੇ ਦੇਣੀ ਹੁੰਦੀ ਹੈ, ਅਤੇ ਉਹ ਪ੍ਰਗਟ ਹੁੰਦੀ ਹੈ ਜੋ ਡਿਸਕੋਰਸ ਚੱਲਦਾ ਅੰਦੋਲਨ ਦੌਰਾਨ, ਧਰਨਿਆਂ 'ਤੇ ਇਕੱਠਾਂ 'ਚ ਜੋ ਭਾਸ਼ਣ ਦਿੱਤੇ ਜਾਂਦੇ ਨੇ, ਜੋ ਅਖਬਾਰਾਂ ਨੂੰ ਬਿਆਨ ਦਿੱਤੇ ਜਾਂਦੇ ਨੇ, ਜੋ ਲੇਖ ਲਿਖੇ ਜਾਂਦੇ ਨੇ, ਉਹ ਸਾਰਾ ਜਿਹੜਾ ਪ੍ਰਵਚਨ ਹੈ ਉਹਦੇ ਵਿੱਚੋਂ ਉਹ ਦ੍ਰਿਸ਼ਟੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕੀ ਦ੍ਰਿਸ਼ਟੀ ਹੈ ਉਹਨਾਂ ਦੀ ਇਹ ਸਾਰੇ ਮਸਲੇ ਬਾਰੇ। ਸੋ ਹੁਣ ਤੱਕ ਜਿੰਨਾ ਕੁ ਦੇਖਿਆ ਜਾਵੇ ਤਾਂ ਜਿਹੜਾ ਜ਼ਿਆਦਾ ਪੱਖ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਉਹ ਮਸਲੇ ਦੇ ਆਰਥਿਕ ਪੱਖ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਇਹ ਮਸਲਾ ਕੀ ਹੈ। ਵੀ ਮਸਲਾ ਇਹ ਖੇਤੀ ਦੇ ਵਿੱਚ ਪੂੰਜੀਵਾਦੀ ਮਾਡਲ ਲਿਆਉਣ ਦੀ ਜਿੱਦ ਹੈ ਇੱਕ ਸਰਕਾਰ ਦੀ, ਜਿਹਦੇ 'ਚ ਉਹ ਕਾਰਪੋਰੇਟਸ ਨੂੰ ਇਹ ਜਿਹੜੀ ਸਾਰੀ ਮੰਡੀ ਹੈ ਇਸ ਦੀ ਲੁੱਟ ਉਹਦੇ ਵਾਸਤੇ ਖੋਲ੍ਹਣਾ ਚਾਹੁੰਦੇ ਨੇ। ਇਹ ਤੁਸੀਂ ਜਿੰਨੇ ਖੇਤੀ ਵਿਗਿਆਨੀ ਹੈ ਉਹਨਾਂ ਦੇ ਜਿੰਨੀਆਂ ਲਿਖਤਾਂ, ਇੰਟਰਵਿਊਜ਼, ਟਾਕਸ ਜਿੰਨਾ ਕੁਝ ਸੁਣੋਗੇ ਉਹਦੇ 'ਚ ਉਹ ਇਹ ਗੱਲ ਤਾਂ ਉਹਨਾਂ ਨੇ ਬਹੁਤ ਬਾਖੂਬ ਉਭਾਰੀ ਹੈ। ਖਾਸ ਕਰਕੇ ਇੱਕ ਦਵਿੰਦਰ ਸ਼ਰਮਾ, ਉਸ ਨੇ ਜਿੰਨੀ ਕਲੈਰਿਟੀ ਨਾਲ ਇਹ ਗੱਲ ਲਿਆਂਦੀ ਹੈ ਕਿ ਕਿਸ ਡਿਜ਼ਾਈਨ ਕੀ ਹੈ, ਸਾਰਾ ਕੀ ਹਾਸਲ ਕਰਨਾ ਚਾਹੁੰਦੇ ਨੇ। ਉਹ ਪੱਛਮ ਦੇ ਮਿਸਾਲ ਸਾਹਮਣੇ ਰੱਖ ਕੇ ਕਿ ਪੱਛਮ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਕੀਤਾ ਹੈ, ਉਹ ਉਸ ਤਰ੍ਹਾਂ ਵੀ ਉਹ ਇੱਥੇ ਉਹ ਕਰਨਾ ਚਾਹੁੰਦੇ ਨੇ, ਜਿਹਦੇ 'ਚ ਇਹ ਵੀ ਪੂੰਜੀਵਾਦ ਦਾ ਮਤਲਬ ਇਹ ਹੈ ਹਰ ਜਗ੍ਹਾ ਹੀ ਇਤਿਹਾਸਕ ਤੌਰ 'ਤੇ ਜੇ ਦੇਖੋ ਪੂੰਜੀਵਾਦ ਦੇ ਵਿਕਾਸ ਨਾਲ ਕਿਸਾਨ ਉੱਜੜਿਆ ਹੈ, ਉਹਦੀ ਲੋੜ ਹੈ, ਪੂੰਜੀਵਾਦ ਦੀ ਲੋੜ ਵੀ ਹੈ ਅਤੇ ਉਹਦਾ ਇਹ ਅਸਰ ਵੀ ਹੁੰਦਾ ਹੈ। ਸੋ ਕਿਸਾਨ ਦਾ ਉਜਾੜਾ ਨਿਸ਼ਚਿਤ ਅਤੇ ਅਟੱਲ ਜਿੰਨਾ ਚਿਰ ਪੂੰਜੀਵਾਦ ਹੈ। ਸੋ ਇਸ ਕਰਕੇ ਇਹਨੂੰ ਇਸ ਦ੍ਰਿਸ਼ਟੀ ਤੋਂ ਦੇਖਣਾ ਪੂੰਜੀਵਾਦ ਨਾਲ ਜੋੜ ਕੇ ਇਹ ਗਲਤ ਨਹੀਂ, ਇਹ ਠੀਕ ਹੈ, ਸੱਚਾਈ ਹੈ ਇਹ, ਪਰ ਇਹ ਅਧੂਰਾ ਸੱਚ ਹੈ ਅਤੇ ਕਈ ਵਾਰ ਅਧੂਰਾ ਸੱਚ ਪੂਰੇ ਝੂਠ ਨਾਲੋਂ ਵੀ ਖਤਰਨਾਕ ਹੋ ਜਾਂਦਾ ਹੈ। ਸੋ ਸੱਚਾਈ ਦਾ ਜਿਹੜਾ ਦੂਜਾ ਪੱਖ ਹੈ ਉਹ ਹੈ ਰਾਜਨੀਤਿਕ, ਕਿ ਇਹ ਮਸਲਾ ਨਿਰੋਲ ਆਰਥਿਕ ਨਹੀਂ, ਉਨੇ ਹੀ ਅਹਿਮ ਰੂਪ 'ਚ ਰਾਜਨੀਤਿਕ ਵੀ ਹੈ। ਆਰਥਿਕ ਜੇ ਆਪਾਂ ਦੇਖੀਏ ਉਹ ਹੈ ਪੂੰਜੀਵਾਦ ਲਿਆਉਣਾ, ਰਾਜਨੀਤਿਕ ਕਿ ਭਾਰਤ ਨੂੰ ਇੱਕ ਕੌਮ ਵਜੋਂ ਢਾਲਣਾ, ਇਹਦੀ ਇੱਕ ਕੌਮ ਬਣਾਉਣੀ, ਜਿਹਦਾ ਮਤਲਬ ਇੱਥੇ ਜੋ ਵੰਨ-ਸੁਵੰਨਤਾ ਹੈ, ਡਿਵਰਸਿਟੀ ਹੈ, ਉਹ ਖਤਮ ਕਰਨੀ। ਉਹਦੇ ਵਿੱਚੋਂ ਇਹ ਸਾਰੀਆਂ ਪਾਲਿਸੀਜ਼ ਆ ਰਹੀਆਂ ਹਨ। ਖਾਸ ਕਰਕੇ ਜਦੋਂ ਦਾ ਮੋਦੀ ਆਇਆ ਉਹਦੇ 'ਚੋਂ ਤੁਸੀਂ ਦੇਖੋ ਜਿੰਨਾ ਉਹ ਜ਼ੋਰ ਦੇ ਰਿਹਾ ਹੈ, ਇੱਕ ਨੇਸ਼ਨ ਇੱਕ ਇਲੈਕਸ਼ਨ, ਇੱਕ ਨੇਸ਼ਨ ਇੱਕ ਰਾਸ਼ਨ ਕਾਰਡ, ਇੱਕ ਨੇਸ਼ਨ ਇੱਕ ਭਾਸ਼ਾ, ਇੱਕ ਨੇਸ਼ਨ ਇੱਕ ਮੰਡੀ, ਇੱਕ ਸਾਰਤਾ ਲਿਆਉਣ 'ਤੇ ਸਾਰਾ ਜ਼ੋਰ ਹੈ ਵੀ ਹਰ ਚੀਜ਼ 2, 3 ਜਾਂ 4, 5, 6 ਨਾ ਰਹਿਣ ਦਿਓ, ਉਹਨੂੰ ਇੱਕ ਬਣਾਓ। ਸੋ ਗੱਲ ਹੈਗੀ ਕਿ ਉਹ ਸਾਰੀ ਜਿਹੜੀ ਡਾਇਵਰਸਿਟੀ ਹੈ, ਵੰਨ-ਸੁਵੰਨਤਾ ਹੈ, ਉਸ ਉੱਤੇ ਸੁਹਾਗਾ ਫੇਰ ਕੇ ਉਸ ਨੂੰ ਇੱਕ ਹਿੰਦੂ ਰੰਗ ਦੇ ਵਿੱਚ ਰੰਗਣਾ ਜਾਂ ਢਾਲਣਾ, ਇਹ ਉਹਨਾਂ ਦਾ ਜਿਹੜਾ ਹੈਗਾ ਪੋਲੀਟੀਕਲ ਏਜੰਡਾ ਹੈ। ਸੋ ਇਸ ਕਰਕੇ ਜੇ ਤਾਂ ਮਸਲਾ ਹੋਵੇ ਨਿਰੋਲ ਆਰਥਿਕ ਜਿਵੇਂ ਕਿ ਪੇਸ਼ ਕੀਤਾ ਜਾ ਰਿਹਾ ਜ਼ਿਆਦਾ, ਫਿਰ ਅਕਸਰ ਇਹ ਤਜਰਬਾ ਇਹ ਦਸਾਉਂਦਾ ਹੈ ਹਿੰਦੁਸਤਾਨ ਦੇ ਵਿੱਚ ਵੀ ਅਤੇ ਦੁਨੀਆ ਦੇ ਲੰਮੇ ਇਤਿਹਾਸ ਦੇ ਵਿੱਚ ਵੀ ਕਿ ਕਈ ਵਾਰ ਲੋਕਾਂ ਦੇ ਦਬਾਅ ਮੂਹਰੇ ਸਟੇਟ, ਜੇ ਮਸਲਾ ਇਕੱਲਾ ਆਰਥਿਕ ਹੋਵੇ, ਆਰਥਿਕ ਮਸਲੇ ਦਾ ਮਤਲਬ ਇਹ ਹੈ ਕਿ ਉਹ ਕਾਰਪੋਰੇਟਸ ਨੂੰ ਕੁਛ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ, ਪਰ ਜੇ ਲੱਗੇ ਕਿ ਸਾਡੇ ਹੀ ਭਵਿੱਖ ਦਾ 'ਤੇ ਲੱਗ ਗਿਆ, ਸਟੇਟ ਵਾਸਤੇ ਵੱਡੀਆਂ ਉਲਝਣਾਂ ਖੜੀਆਂ ਹੋ ਗਈਆਂ, ਤਾਂ ਉਹ ਫਿਰ ਆਪਦੇ ਆਪ ਨੂੰ ਬਚਾਉਣ ਵਾਸਤੇ ਕਈ ਵਾਰ ਉਹਨਾਂ ਦੇ ਹਿੱਤਾਂ ਨੂੰ, ਕਾਰਪੋਰੇਟਸ ਦੇ ਹਿੱਤਾਂ ਨੂੰ ਵਕਤੀ ਤੌਰ 'ਤੇ ਕੁਰਬਾਨ ਕਰ ਦਿੰਦੇ ਆ ਕਿ ਇੱਕ ਵਾਰ ਕਿਰਾਂ ਇਹਨੂੰ
ਡਿਫਿਊਜ਼ ਕਰੋ ਸਿਚੁਏਸ਼ਨ ਨੂੰ, ਫਿਰ ਦੇਖਾਂਗੇ ਨਵੇਂ ਢੰਗ ਨਾਲ ਕਿਵੇਂ ਕਰਨਾ। ਸੋ ਇਸ ਤਰ੍ਹਾਂ ਉਹ ਕਰ ਲੈਂਦੇ ਨੇ ਜੇ ਮਸਲਾ ਨਿਰੇ ਹੀ ਆਰਥਿਕ ਹੋਵੇ। ਪਰ ਇੱਥੇ ਮਸਲਾ ਨਿਰਾ ਆਰਥਿਕ ਨਹੀਂ, ਮਸਲਾ ਬਹੁਤ ਹੀ ਅਹਿਮ ਰੂਪ 'ਚ ਰਾਜਨੀਤਿਕ ਹੈ, ਨੇਸ਼ਨ ਬਿਲਡਿੰਗ ਦਾ। ਇਹ ਉਹਨਾਂ ਦਾ ਇੰਪੈਰੇਟਿਵ ਜਾਂ ਇੱਕ ਲੋੜ ਹੈ ਜਿਹ ਤੋਂ ਬਿਨਾਂ ਗੁਜ਼ਾਰਾ ਨਹੀਂ। ਤੇ ਇਸ ਕਰਕੇ ਆਪਾਂ ਨੂੰ ਨਾ ਜਿਹੜੀ ਹੈਗਾ ਵੀ ਕੀ ਸਟੇਟ ਲੋਕ ਦਬਾਅ ਦੇ ਮੂਹਰੇ ਪਿੱਛੇ ਹਟ ਜੂ, ਲੱਗਦਾ ਇਹ ਕਿ ਇੰਨਾ ਸੌਖਾ ਨਹੀਂ। ਜੇ ਹਟਣਾ ਹੁੰਦਾ ਹੁਣ ਤੱਕ ਕੋਈ ਨਾ ਕੋਈ ਇਹੋ ਜਿਹਾ ਉਹ ਇਸ਼ਾਰਾ, ਸੰਕੇਤ ਜਾਂ ਜੈਸਚਰ ਦਿੰਦੇ। ਪਰ ਜਦੋਂ ਬਾਹਰ ਇੰਨੀ ਲਾਮਬੰਦੀ ਹੋ ਰਹੀ ਹੈ, ਸਾਰੀ ਅਪੋਜੀਸ਼ਨ ਵੀ, ਜਿਹੜੀ ਪਾਰਲੀਮੈਂਟਰੀ ਅਪੋਜੀਸ਼ਨ ਵੀ ਹੈ, ਉਹ ਵੀ ਵਿਰੋਧ ਕਰ ਰਹੀ ਹੈ ਜਿਸ ਤਰੀਕੇ ਨਾਲ ਬਿੱਲ ਪਾਸ ਕੀਤੇ ਨੇ। ਮਤਲਬ ਪਾਰਲੀਮੈਂਟਰੀ ਮਰਿਆਦਾ ਦਾ ਵੀ ਪਰਵਾਹ ਨਾ ਕਰਨੀ। ਇੱਥੋਂ ਉਹਨਾਂ ਦਾ ਜੋ ਰੁਖ ਹੈ, ਜੋ ਸੋਚ ਹੈ, ਜੋ ਕਰੈਕਟਰ ਹੈ, ਉਹਦਾ ਪਤਾ ਲੱਗਦਾ ਹੈ ਕਿ ਉਹ ਕਿੰਨੇ ਵਜਿਦ ਨੇ ਇਸ ਗੱਲ ਦੇ ਉੱਤੇ ਕਿ ਅਸੀਂ ਇਹ ਇਕਸਾਰਤਾ ਲਿਆਉਣੀ ਹੈ, ਲੋਕ ਵਿਰੋਧ ਕਰਨ, ਚੀਕਣ, ਕੁਛ ਕਰਨ। ਸੋ ਉਹ ਇਸ ਰੂਪ ਦੇ ਵਿੱਚ ਇੰਨਾ ਸੌਖਾ ਨਹੀਂ। ਅਸੰਭਵ ਤਾਂ ਕੁਛ ਵੀ ਨਹੀਂ ਹੁੰਦਾ, ਪਰ ਇਹ ਇੰਨਾ ਸੌਖਾ ਨਹੀਂ, ਕਿਉਂਕਿ ਜਿਹਨੂੰ ਤੁਸੀਂ ਰਾਜਨੀਤਿਕ ਦ੍ਰਿਸ਼ਟੀ ਦੇ ਨਾਲ ਜੋੜ ਕੇ ਦੇਖਦੇ ਹੋ। ਹੁਣ ਇੱਥੇ ਗੱਲ ਆਉਂਦੀ ਹੈ, ਜਿਹੜੀ ਦ੍ਰਿਸ਼ਟੀ ਦੀ ਗੱਲ ਹੈ ਜਾਂ ਪਰਸਪੈਕਟਿਵ ਦੀ ਗੱਲ ਹੈ, ਉਹ ਲੀਡਰਸ਼ਿਪ ਦੀ ਹੁੰਦੀ ਹੈ। ਆਮ ਲੋਕ ਉਹਦੇ 'ਚ ਹਿੱਸਾ ਲੈਂਦੇ ਨੇ। ਸੋ ਹੁਣ ਆਪਾਂ ਦੇਖੀਏ ਕਿ ਜਿਹੜੀ ਇਸ ਅੰਦੋਲਨ ਦੀ ਲੀਡਰਸ਼ਿਪ ਹੈ, ਉਹਦੀ ਦ੍ਰਿਸ਼ਟੀ ਭਲਾ ਕੀ ਹੈ। ਸੋ ਮੇਰੇ ਮੁਤਾਬਕ ਇਹ ਜਿਹੜੀ ਲੀਡਰਸ਼ਿਪ ਹੈ ਇਸ ਅੰਦੋਲਨ ਦੀ, ਉਹਨੂੰ ਆਪਾਂ ਦੋ ਵਰਗਾਂ 'ਚ ਵੰਡ ਸਕਦੇ ਹਾਂ। ਇੱਕ ਪੋਲੀਟੀਕਲ ਲੀਡਰਸ਼ਿਪ, ਜਿਹੜੀ ਮੇਨਲੀ ਤਿੰਨ ਪੋਲੀਟੀਕਲ ਪਾਰਟੀਆਂ ਹੀ ਆ ਜਿਹੜੀਆਂ ਪੰਜਾਬ ਦੇ ਵਿੱਚ ਐਕਟਿਵ ਨੇ, ਅਕਾਲੀ, ਕਾਂਗਰਸ ਤੇ ਆਮ ਆਦਮੀ ਪਾਰਟੀ। ਸੋ ਜਿਹੜੀ ਉਹਨਾਂ ਦੀ ਲੀਡਰਸ਼ਿਪ ਹੈ, ਉਹ ਤਿੰਨੇ ਹੀ ਹੁਣ ਇਸ ਅੰਦੋਲਨ ਦੇ ਪੱਖ ਦੇ ਵਿੱਚ ਸਰਗਰਮ ਨੇ ਆਪਦੇ ਹਿਸਾਬ ਨਾਲ। ਪਰ ਤਿੰਨਾਂ ਦੀ ਜਿਹੜੀ ਸਮਝ ਹੈ ਕਿ ਨੇਸ਼ਨ ਬਾਰੇ, ਕਿ ਕੀ ਭਾਰਤ ਇੱਕ ਸਿੰਗਲ ਨੇਸ਼ਨ ਹੈ ਜਾਂ ਇਹ ਮਲਟੀ ਨੈਸ਼ਨਲ ਹੈ, ਤਿੰਨਾਂ ਹੀ ਪਾਰਟੀਆਂ ਦੀ ਆਲਮੋਸਟ ਸਮਝ ਇਹ ਹੈ ਕਿ ਇਹ ਇੱਕ ਨੇਸ਼ਨ ਹੈ। ਅਕਾਲੀ ਇਹ ਸਿੱਧਾ ਕਹਿਣ ਨਾ ਕਹਿਣ, ਪਿਛਲੇ ਪੀਰੀਅਡ 'ਚ ਸਾਰੇ 'ਚ ਜਦੋਂ ਦਾ ਬਾਦਲ 97 ਤੋਂ ਬਾਅਦ ਆਇਆ ਹੈ, ਜਦੋਂ ਦੇ ਬੀਜੇਪੀ ਨਾਲ ਉਹਨਾਂ ਦਾ ਗੱਠਜੋੜ ਹੋਇਆ ਹੈ, ਹਰ ਮਸਲੇ 'ਤੇ ਜਿਵੇਂ ਉਹਨਾਂ ਨੇ ਪੋਜੀਸ਼ਨਾਂ ਲਈਆਂ, ਮਤਲਬ ਉਹ ਉਹਨਾਂ ਦੀ ਸਹਿਮਤੀ ਹੈ ਉਹਦੇ ਨਾਲ ਆਪਦੇ ਹਿੱਤਾਂ 'ਚੋਂ। ਸੋ ਇਸ ਕਰਕੇ ਇਸ ਲੀਡਰਸ਼ਿਪ ਤੋਂ, ਪੋਲੀਟੀਕਲ ਲੀਡਰਸ਼ਿਪ ਤੋਂ ਕੋਈ ਉਮੀਦ ਨਹੀਂ ਕਿ ਉਹ ਇਸ ਦੇ ਖਿਲਾਫ ਕੋਈ ਡਟਵਾਂ ਪੈਂਤਰਾ ਲੈ ਸਕਣ। ਆਪਾਂ ਇਹਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਜਿਹੜੇ ਇੰਡੀਅਨ ਸਟੇਟ ਹੈ ਉਹਦੇ ਨਾਲ ਸਟ੍ਰੈਟਜਿਕ ਸਾਂਝ ਹੈ, ਟੈਕਟੀਕਲ ਡਿਫਰੈਂਸ ਹੈ, ਮਨੋਰਥਾਂ ਦੀ ਸਾਂਝ ਹੈ, ਪਰ ਜੋ ਸਾਧਨ ਅਪਣਾਏ ਜਾ ਰਹੇ ਨੇ ਉਹ ਤੇ ਵੱਖਰੇਵੇਂ ਹੈ। ਉਹ ਵੱਖਰੇਵੇਂ ਛੋਟੇ ਹੁੰਦੇ ਆ ਜਿਹਦੇ ਹੱਲ ਹੋਣ ਦੀ ਸੰਭਾਵਨਾ ਪਈ ਹੁੰਦੀ ਹੈ। ਸੋ ਇਹ ਜੋ ਕੁਝ ਮੋਦੀ ਲੈ ਕੇ ਆਏ, ਅਚਾਨਕ ਕਿਸੇ ਖਲਾਅ 'ਚੋਂ ਤਾਂ ਲੈ ਨਹੀਂ ਆਇਆ। ਇਹ ਕਾਂਗਰਸ ਨੇ ਸ਼ੁਰੂ ਕੀਤਾ, ਕਾਂਗਰਸ ਦੇ ਮੈਨੀਫੈਸਟੋ 'ਚ ਹੈ, ਸਾਰੇ ਪ੍ਰੋਗਰਾਮ 'ਚ ਹੈ। 91-92 ਤੋਂ ਉਹ ਇਸ ਗੱਲ ਨੂੰ ਲੈ ਕੇ ਆ ਰਹੇ ਨੇ। ਸੋ ਇਸ ਜਿਹੜੀ ਗੱਲ ਹੈ ਕਿ ਇਹਨਾਂ ਨੇ WTO ਦੇ ਦਬਾਅ ਹੇਠ ਲਿਆਂਦਾ, ਉਹ ਇਕੱਲੀ ਬੀਜੇਪੀ ਨੇ ਨਹੀਂ, ਉਹ ਜਿੰਨੀ ਵੀ ਹਿੰਦੁਸਤਾਨ ਦੀ ਪੋਲੀਟੀਕਲ ਕਲਾਸ ਹੈ, ਇਹ ਸਾਰੀ ਜਿਹੜੀ ਆਲ ਇੰਡੀਆ ਪਾਰਟੀਆਂ ਨੇ, ਉਹਨਾਂ ਸਾਰੀਆਂ ਦਾ ਹੀ ਪੈਂਤੜਾ ਇਹੀ ਹੈ। ਸੋ ਇਸ ਕਰਕੇ ਨਾ ਇਹ ਇੱਕ ਜਿਹੜਾ ਪੱਖ ਆ ਸਾਨੂੰ ਧਿਆਨ 'ਚ ਰੱਖਣਾ ਪਊ ਵੀ ਇਹ ਕਿੱਥੋਂ ਤੱਕ ਸੰਘਰਸ਼ ਨੂੰ ਲੈ ਕੇ ਜਾਣਗੇ। ਤੇ ਜਦੋਂ ਇਹ ਐਡਾ ਵੱਡਾ ਫੈਲਾਅ ਪਿਆ ਉਹਨਾਂ ਦੀ ਸੋਚ 'ਚ, ਫਿਰ ਸੌਦੇਬਾਜ਼ੀ ਦੀ ਜਿਹੜੀ ਸੰਭਾਵਨਾ ਨਾ ਵੀ ਕਿਸੇ ਮੌਕੇ ਵੀ ਤਿਲਕ ਕੇ ਕਿਤੇ ਨਾ ਕਿਤੇ ਜਾ ਕੇ ਸੌਦਾ ਕਰ ਸਕਦੇ ਨੇ। ਉਹਨਾਂ ਨੂੰ ਆਪਦੀ ਕੁਰਸੀ ਜਾਂ ਆਪਦੇ ਹਿੱਤ ਪਿਆਰੇ ਆ ਰਾਜਨੀਤਿਕ। ਹੁਣ ਆਪਾਂ ਲਈਏ ਦੂਜੀ ਜਿਹੜੀ ਲੀਡਰਸ਼ਿਪ ਹੈ, ਉਹ ਹੈਗੀ ਯੂਨੀਅਨਾਂ ਦੀ। ਉਹ ਲੀਡਰਸ਼ਿਪ ਮੋਨੋਲਿਥਿਕ ਨਹੀਂ, ਕੋਈ ਇੱਕ ਯੂਨੀਅਨ ਨਹੀਂ ਤੇ ਇੱਕ ਵਿਚਾਰਧਾਰਾ ਨਹੀਂ, ਇੱਕ ਸੋਚ ਨਹੀਂ। ਉਹ ਲੀਡਰਸ਼ਿਪ ਹੈਗੀ ਆ ਕਾਫੀ, ਇਹ ਕਹਿ ਲਓ ਮਿਲਗੋਭਾ। ਕਿੰਨੀ ਕਿਸਾਨ ਯੂਨੀਅਨਾਂ ਉਹ ਸਾਰੀਆਂ ਹੁਣ ਇੱਕ ਇਸ ਪਲੇਟਫਾਰਮ ਤੋਂ ਇਕੱਠੀਆਂ ਹੋਈਆਂ। ਅੱਜ ਦੀ ਘੜੀ ਸਾਰੀਆਂ ਯੂਨੀਅਨਾਂ ਦੀ ਇਸ ਮਸਲੇ ਬਾਰੇ ਜਿਹੜਾ ਆਰਥਿਕ ਪੱਖ ਹੈ, ਉਹ ਦ੍ਰਿਸ਼ਟੀ ਉਹਨਾਂ ਦੀ ਇੱਕ ਹੈ ਕਿ ਕੀ ਕਰਨਾ ਚਾਹੁੰਦੇ ਨੇ, ਕਿਉਂਕਿ ਉਹਦੇ 'ਚੋਂ ਕਿਸਾਨੀ ਦਾ ਉਜਾੜਾ ਹੈ ਤੇ ਕਿਸਾਨੀ ਨੂੰ ਬਚਾਉਣਾ ਹੈ, ਤਾਂ ਉਹਨਾਂ ਦਾ ਵਾਸਤੇ ਬੜਾ ਓਬਵੀਅਸ ਹੈ। ਪਰ ਹੁਣ ਇੱਥੇ ਰੌਲਾ ਜਿਹੜਾ ਮਹੱਤਵਪੂਰਨ ਇਹ ਹੈ ਕਿ ਉਹ ਜਿਹੜੀ ਲੀਡਰਸ਼ਿਪ ਹੈ, ਜਿਹੜੀਆਂ ਯੂਨੀਅਨਾਂ ਹੈ, ਕੀ ਉਹਨਾਂ ਦੀ ਰਾਜਨੀਤਿਕ ਕਲੈਰਿਟੀ ਵੀ ਉਹਨਾਂ ਨੂੰ ਹੈ, ਜਾਂ ਜੋ ਇੰਡੀਅਨ ਸਟੇਟ ਦਾ ਉਹ ਏਜੰਡਾ ਹੈ ਇੱਕ ਨੇਸ਼ਨ ਬਿਲਡ ਕਰਨ ਦਾ, ਉਹਦੇ 'ਤੇ ਉਹਨਾਂ ਦੀ ਪੋਜੀਸ਼ਨ ਕੀ ਹੈ।
ਸੋ ਉਹ ਮੈਂ ਜਿੰਨਾ ਕੁ ਓਬਜ਼ਰਵ ਕੀਤਾ, ਜੋ ਡਿਸਕੋਰਸ ਚੱਲ ਰਿਹਾ, ਜੋ ਬੋਲ ਰਹੇ ਨੇ, ਜੋ ਭਾਸ਼ਣ ਚੱਲ ਰਹੇ ਨੇ ਸਾਰੇ ਥਾਵਾਂ ਦੇ ਉੱਤੇ, ਉਹਦੇ 'ਚੋਂ ਇਹ ਲੱਗਦਾ ਹੈ ਕਿ ਇੱਕ ਵਰਗ ਤਾਂ ਇਹ ਹੈ ਜਿਹਨੂੰ ਕਲੈਰਿਟੀ ਕੋਈ ਨਹੀਂ, ਉਹ ਮੌਕੇ ਦੇ ਮੁਤਾਬਕ ਬੋਲ ਲੈਂਦੇ ਨੇ, ਉਹ ਕੋਈ ਸਹਿਮਤ ਵੀ ਨਹੀਂ ਇੱਕ ਨੇਸ਼ਨ ਬਣਾਉਣ ਨੂੰ, ਪਰ ਉਹਨਾਂ ਨੂੰ ਪੂਰੀ ਮਸਲੇ ਦੀ ਕਲੈਰਿਟੀ ਕੋਈ ਨਹੀਂ ਕਿ ਉਹ ਡਟਵੀਂ ਤੇ ਦੋ ਟੁਕ ਪੋਜੀਸ਼ਨ ਲੈ ਸਕਣ। ਇੱਕ ਵਰਗ ਤਾਂ ਹੈਗਾ ਇਹ, ਇੱਕ ਛੋਟਾ ਜਿਹਾ ਵਰਗ ਹੈ ਜਿਹੜਾ ਸ਼ਾਇਦ ਹਿੰਦੁਸਤਾਨ ਨੂੰ ਇੱਕ ਨੇਸ਼ਨ ਨਹੀਂ ਸਮਝਦਾ ਤੇ ਇਹਨੂੰ ਮਲਟੀਨੈਸ਼ਨਲ ਕਹਿੰਦਾ ਹੈ। ਉਹ ਮੇਨਲੀ ਲੈਫਟਾਂ 'ਚੋਂ ਹੈ, ਪਰ ਉਹ ਛੋਟਾ ਹੈ, ਲੈਫਟ ਦਾ ਇੱਕ ਛੋਟਾ ਹਿੱਸਾ ਇਸ ਪੋਜੀਸ਼ਨ ਤੇ ਹੈ। ਪਰ ਜਿਹੜਾ ਅੱਜ ਦੀ ਘੜੀ ਜ਼ਿਆਦਾ ਪਾਵਰਫੁੱਲ ਹੈ, ਲੈਫਟ ਦਾ ਹਿੱਸਾ, ਉਹਨਾਂ ਨੇ ਕਿਤੇ ਵੀ ਖੁੱਲ੍ਹ ਕੇ ਇਹ ਗੱਲ ਨਹੀਂ ਕਹਿੰਦੇ ਕਿ ਭਾਰਤ ਇੱਕ ਕੌਮ ਨਹੀਂ। ਇਸ ਕਰਕੇ ਉਹ ਤੇ ਵਿਰੋਧ ਨਹੀਂ ਕਰਨਗੇ ਜਦੋਂ ਇੱਕ ਨੇਸ਼ਨ ਇੱਕ ਰਾਸ਼ਨ ਕਾਰਡ, ਇੱਕ ਨੇਸ਼ਨ ਇੱਕ ਇਲੈਕਸ਼ਨ। ਸੋ ਇਹ ਜਿਹੜਾ ਤੁਹਾਨੂੰ ਇਹ ਪੂਰਾ ਇਹ ਪਰਸਪੈਕਟਿਵ ਸਾਫ਼ ਹੋਵੇ, ਫਿਰ ਹਰ ਮਸਲੇ ਤੇ ਤੁਸੀਂ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਕੋਈ ਵੀ ਅਜਿਹਾ ਸਟੈਪ ਜਾਂ ਪਾਲਿਸੀ ਜਿਹੜੀ ਇੰਡੀਅਨ ਨੇਸ਼ਨ ਬਿਲਡਿੰਗ ਦੇ ਪ੍ਰੋਸੈਸ ਨੂੰ ਫੈਸਿਲੀਟੇਟ ਕਰਦੀ ਹੈ, ਜਿਹੜੀ ਡਾਇਵਰਸਿਟੀ ਨੂੰ ਖਤਮ ਕਰਦੀ ਹੈ, ਉਹਦਾ ਵਿਰੋਧ ਕੀਤਾ ਜਾਵੇ। ਪਰ ਇਸ ਤਰ੍ਹਾਂ ਦਾ ਉਹਨਾਂ ਦਾ ਨਹੀਂ, ਉਹਨਾਂ ਨੇ ਇਹ ਦਿਖਾਇਆ। ਸੋ ਇਹ ਇੱਕ ਫਲਾਅ ਹੈ ਜਾਂ ਕਹਿ ਲਓ ਇੱਕ ਫਿਕਰ ਵਾਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਲਾਮਬੰਦੀ ਤਾਂ ਬਹੁਤ ਲਾਮਿਸਾਲ ਹੋ ਗਈ, ਪਰ ਜਿਹੜੀ ਲੀਡਰਸ਼ਿਪ ਹੈ ਕੁੱਲ ਮਿਲਾ ਕੇ ਯੂਨੀਅਨਾਂ ਦੀ ਵੀ, ਪੋਲੀਟੀਕਲ ਤਾਂ ਖੈਰ ਆਪਾਂ ਪਾਸੇ ਕੱਢ ਦਈਏ, ਮੇਰਾ ਖਿਆਲ ਉਹ ਤੋਂ ਤਾਂ ਚੌਕਸੀ ਰਹਿਣਾ ਚਾਹੀਦਾ, ਉਹਨੂੰ ਛੇਤੀ ਕੀਤਿਆਂ ਸੰਘਰਸ਼ ਤੋਂ ਜਿੰਨਾ ਕੁ ਲਾਂਭੇ ਕੀਤਾ ਰੱਖਿਆ ਜਾ ਸਕਦਾ ਹੈ ਬਿਨਾਂ ਉਹਨਾਂ ਨਾਲ ਉਲਝੇ, ਉਹ ਤਾਂ ਉਹਨਾਂ ਨੂੰ ਤਾਂ ਉੱਥੇ ਰੱਖਣਾ ਚਾਹੀਦਾ। ਪਰ ਜਿਹੜੀ ਯੂਨੀਅਨ ਦੀ ਲੀਡਰਸ਼ਿਪ ਆ ਉਹਨਾਂ ਨੇ ਸ਼ਲਾਘਾਯੋਗ ਰੋਲ ਨਿਭਾਇਆ, ਇੱਕ ਐਡੀ ਵੱਡੀ ਮੂਵਮੈਂਟ ਖੜੀ ਕਰਨ ਦੇ ਵਿੱਚ ਲਾਮਬੰਦੀ ਕੀਤੀ ਆ, ਉਹਨਾਂ ਨੇ ਬੜੀ ਮਿਹਨਤ ਵੀ ਕੀਤੀ ਹੈ, ਇੱਕ ਜਜ਼ਬਾ ਵੀ ਦਿਖਾਇਆ। ਪਰ ਜਿਹੜਾ ਆਹ ਫਲਾਅ ਆ ਉਹਨਾਂ ਦੀ ਸੋਚ ਦੇ ਵਿੱਚ, ਉਸ ਤੋਂ ਇੱਕ ਸੰਸਾ ਤੇ ਇੱਕ ਧੁੜਕੂ ਲੱਗਦਾ ਹੈ ਕਿ ਕੀ ਉਹ ਇਹਨੂੰ ਧੁਰ ਤੱਕ ਲਿਜਾ ਸਕਣਗੇ ਕਿ ਕਿਤੇ ਅੱਧ ਵਿਚਾਲੇ ਫੇਰ ਜੋ ਕੁਝ ਪੰਜਾਬ 'ਚ ਪਹਿਲਾਂ ਵਾਪਰਦਾ ਆਇਆ ਹੈ ਉਹਦੇ ਨਾਲ ਫਿਰ ਜਿਹੜੀ ਐਤਕਾਂ ਮਜੂਸੀ ਆਊ ਉਹ ਬੜੀ ਡਰਾਉਂਦੀ ਹੈ ਇੱਕ ਹਿਸਾਬ ਨਾਲ, ਕਿਉਂਕਿ ਪਹਿਲਾਂ ਵੀ ਖੈਰ ਬੜੀਆਂ ਹਾਰਾਂ ਝੱਲੀਆਂ, ਬਰਗਾੜੀ ਵਾਲੇ ਮੋਰਚੇ ਵੇਲੇ ਦੇਖ ਲਓ ਜਾਂ ਹੋਰ ਆਪਣਾ ਪਿਛਲੇ ਸਾਰੇ ਪੀੜ ਦੇ ਵਿੱਚ ਉਹ ਬੜੇ ਬਟਰੈਲਸ ਵੀ ਹੋਇਆ, ਗਦਾਰੀਆਂ ਵੀ ਹੋਈਆਂ, ਸਭ ਕੁਝ ਹੋਇਆ। ਪਰ ਇਹ ਜਿਸ ਕਿਸਮ ਦਾ ਹੁਣ ਮਾਹੌਲ ਬਣਿਆ ਪਿਆ, ਇਹ ਜਿਹੜੀ ਜੰਗ ਹੈ, ਇਹਨੂੰ ਅੰਦੋਲਨ ਨਾ ਕਹੀਏ, ਇਹ ਜੰਗ ਹੈ, ਇਹ ਫੈਸਲਾ ਕੁਨ ਹੈ। ਮਤਲਬ ਮੇਰੇ ਮੁਤਾਬਕ ਇਹ ਵਾਟਰਲੂ ਹੈ, ਕਿਉਂਕਿ ਇਹਦੇ ਵਿੱਚੋਂ ਇਸ ਖਿੱਤੇ ਦਾ, ਇਸ ਕੰਟੀਨੈਂਟ ਦਾ ਭਵਿੱਖ ਤੈਅ ਹੋਣਾ ਹੈ। ਜੇ ਮੋਦੀ ਪਿੱਛੇ ਹਟਣ ਲਈ ਮਜਬੂਰ ਹੁੰਦਾ ਹੈ ਤਾਂ ਸਾਰੀ ਸਿਆਸਤ ਦਾ ਰੰਗ ਬਦਲੂਗਾ। ਜਿਸ ਸਪੀਡ ਤੇ, ਜਿਸ ਤਕੜਾਈ ਨਾਲ ਉਹ ਜਿੰਨੇ ਓਫੈਂਸ ਤੇ ਜਾ ਰਹੇ ਸੀ, ਜਦੋਂ ਉਹਨੂੰ ਬ੍ਰੇਕਾਂ ਲੱਗਣਗੀਆਂ ਤੇ ਲੋਕਾਂ ਦਾ, ਜਦੋਂ ਉਹਦਾ ਉਹ ਇੱਕ ਤਲਿਸਮ ਜਾਂ ਘਟੂ ਲੋਕਾਂ ਦੇ ਵਿੱਚੋਂ ਜਿਹੜਾ ਉਹਦਾ ਕਲਟ ਬਣਿਆ ਪਿਆ ਸੀ, ਤੁਸੀਂ ਦੇਖਿਓ ਲੋਕਾਂ ਦੇ ਮਨਾਂ 'ਚ ਜਿੰਨੇ ਰੋਸ ਤੇ ਗੁੱਸੇ ਪਏ ਨੇ ਉਹ ਕਿਸ ਰੂਪ 'ਚ ਪ੍ਰਗਟ ਹੋਣਗੇ। ਤੇ ਜੇ ਇਹ ਇਹਨਾਂ ਦੇ ਇੱਥੇ ਬ੍ਰੇਕ ਲੱਗ ਜਾਂਦੀ ਹੈ, ਫਿਰ ਜਿਹੜਾ ਇੱਕ ਸਾਰਾ ਖਿੱਤਾ ਹੈ ਉਹਦੀ ਜਿਹੜੀ ਪੋਲੀਟਿਕਸ ਹੈ, ਜੀਓ ਪੋਲੀਟਿਕਸ, ਉਸ 'ਤੇ ਦਾ ਬਹੁਤ ਵੱਡਾ ਅਸਰ ਪੈਣਾ ਹੈ। ਸੋ ਇੱਕ ਹਿਸਾਬ ਨਾਲ ਇਹ ਅੰਦੋਲਨ ਸਾਨੂੰ ਲੱਗ ਰਿਹਾ ਸਥਾਨਕ ਜਿਹਾ, ਇਹਦੀ ਸਿਗਨੀਫੀਕੈਂਸ ਇਕੱਲੀ ਰੀਜਨਲ ਨਹੀਂ, ਇੰਟਰਨੈਸ਼ਨਲ ਵੀ ਬਣ ਜਾਂਦੀ ਹੈ। ਜੇ ਕਿਸਾਨ ਹਾਰ ਜਾਂਦੇ ਨੇ, ਫਿਰ ਇਹ ਹੈ ਕਿ ਜਿਹੜਾ ਮੋਦੀ ਦਾ ਹੌਸਲਾ ਹੈ, ਉਹਦਾ ਓਫੈਂਸ ਹੈ, ਉਹ ਬੜਾ ਹੋਰ ਹੰਕਾਰ ਆਊਗਾ ਤੇ ਉਹਨੇ ਹੋਰ ਦਰੜਨਾ ਲੋਕਾਂ ਨੂੰ। ਮਤਲਬ ਉਹ ਤਾਂ ਬਹੁਤ ਹੀ ਭਿਆਨਕ ਸਮਝ ਲਓ ਜਾਂ ਬੜਾ ਘਾਤਕ ਹੋਊ ਇੱਥੋਂ ਦੇ ਵਾਸਤੇ, ਤੇ ਉਹਦਾ ਫਿਰ ਜਿਹੜਾ ਮਜੂਸੀ ਵੀ ਬੜੀ ਫੈਲੂ। ਸੋ ਇਹ ਕੁਝ ਗੱਲਾਂ ਨੇ ਜੀ। ਤੁਸੀਂ ਆਪਣੀ ਗੱਲਬਾਤ ਦੇ ਦੌਰਾਨ ਦੋ ਨੁਕਤੇ ਮੁੱਖ ਰੂਪ ਦੇ ਵਿੱਚ ਰੱਖੇ ਹੈ। ਹਾਂਜੀ, ਇੱਕ ਤਾਂ ਇਹ ਹੈ ਕਿ ਇਹ ਆਰਥਿਕ ਨਹੀਂ ਹੈ। ਜੇ ਮਹਿਜ਼ ਆਰਥਿਕ ਦੀ ਗੱਲ ਹੁੰਦੀ ਜਾਂ ਇਕੱਲੀ ਕਾਰਪੋਰੇਟਸ ਨੂੰ ਲਿਆਉਣ ਵਾਲੀ ਗੱਲ ਹੁੰਦੀ ਤਾਂ ਪਿੱਛੇ ਹਟਣ ਦੇ ਸਰਕਾਰ ਦੇ ਸਾਰ ਵੱਧ ਬਣਦੇ ਸੀਗੇ। ਪਰ ਜੇ ਇਸ ਸਿਆਸੀ ਵਿਚਾਰਧਾਰਾ ਦੀ ਪਿਛਲੇ ਸਾਰੇ ਸਮੇਂ ਤੋਂ ਉਹ ਉਸਾਰੀ ਕਰਦੇ ਆ ਰਹੇ ਸੀਗੇ, ਉਹਨੂੰ ਅੱਗੇ ਲਿਜਾਣ ਦੇ ਵਾਸਤੇ ਇਹ ਅਹਿਮ ਕਦਮ ਆ। ਇਸ ਕਰਕੇ ਇਹਦੇ ਉੱਪਰ ਖੜਨਗੇ ਆਖਰੀ ਮੌਕੇ ਦਾ। ਦੂਜਾ, ਤੁਸੀਂ ਕਿਹਾ ਕਿ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚੋਂ ਵੀ ਜਿਹੜੀ ਸੰਘਰਸ਼ ਨਾਲ ਬਿਲਕੁਲ ਜੁੜੀ ਹੋਈ ਲੀਡਰਸ਼ਿਪ ਹੈ, ਉਹਦਾ ਵੀ ਵੱਡੇ ਹਿੱਸੇ ਦਾ ਉਸ ਰਾਜਨੀਤਿਕ ਮਨੋਰਥ ਦੇ ਨਾਲ ਟਕਰਾਅ ਨਹੀਂ ਹੈਗਾ। ਸੋ ਇਹਨਾਂ ਦੋਵਾਂ ਗੱਲਾਂ ਦੇ ਮੱਦੇਨਜ਼ਰ ਤੁਹਾਨੂੰ ਕੀ ਲੱਗਦਾ ਆ ਕਿ ਜੇਕਰ ਇਹਨੂੰ ਫੈਸਲਾ ਕੁਨ ਵਾਲੇ ਪਾਸੇ ਨੂੰ ਲੈ ਕੇ ਜਾਣਾ ਹੈ
ਤੇ ਕਿਹੜੇ ਵਰਗ ਜਾਂ ਕਿਹੜੇ ਹਿੱਸੇ ਕਿਸ ਤਰ੍ਹਾਂ ਦੀ ਉਹ ਯੂਨਾਈਟਿੰਗ ਪੁਆਇੰਟ ਕਿਹੜਾ ਹੋ ਸਕਦਾ ਆ ਜਿਹਦੇ ਉੱਪਰ ਵੱਖਰੇ ਵੱਖਰੇ ਹਿੱਸੇ ਆ ਕੇ ਇਕੱਠੇ ਹੋ ਸਕਦੇ ਨੇ। ਇੱਕ ਗੱਲ ਤਾਂ ਹੈ ਕਿ ਜਿਹੜੇ ਬੇਸ਼ੱਕ ਵਨ ਨੇਸ਼ਨ ਵਾਲੀ ਵਿਚਾਰਧਾਰਾ ਨਾਲ ਸਹਿਮਤੀ ਵੀ ਰੱਖਦੇ ਹੁਣ, ਆਰਥਿਕ ਪੱਖ ਤੋਂ ਤਾਂ ਉਹ ਆਪਣੇ ਖਦਸ਼ੇ ਜਾਂ ਸਰੋਕਾਰ ਬੜਾ ਪ੍ਰਤੱਖ ਜ਼ਾਹਰ ਕਰ ਰਹੇ ਹਨ। ਉਸ ਪੁਆਇੰਟ ਤੱਕ ਲੈ ਕੇ ਜਾਣ ਤੁਹਾਨੂੰ ਲੱਗਦਾ ਕਿ ਕੋਈ ਸਾਂਝਾ ਪੁਆਇੰਟ ਜਾਂ ਕਿਸੇ ਤਰ੍ਹਾਂ ਦੀ ਕਿਹੜੀ ਵਿਚਾਰਧਾਰਾ ਜਾਂ ਕੀ ਇਹ ਜਿਹਾ ਬੇਸ ਸਾਂਝਾ ਕੋਈ ਬਣ ਸਕਦਾ ਆ ਕਿ ਉਧਰ ਨੂੰ ਗੱਲ ਲੈ ਕੇ ਜਾਈ ਜਾ ਸਕੇ, ਜਾਂ ਜਿਹੜੀ ਤੁਸੀਂ ਮਾਯੂਸੀ ਦੇ ਆਲਮ ਵਾਲੀ ਗੱਲ ਕਰ ਰਹੇ ਹੋ ਉਧਰ ਨੂੰ ਗੱਲ ਨਾ ਜਾਵੇ? ਦੇਖੋ, ਅਜੇ ਤੱਕ ਤਾਂ ਜਿਹੜੀ ਸੰਭਾਵਨਾ ਲੱਗ ਰਹੀ ਹੈ ਨਾ, ਉਹ ਤਾਂ ਇਹ ਹੈ ਕਿ ਆਮ ਸਹਿਮਤੀ ਤਾਂ ਆਰਥਿਕ ਦੀ ਹੋਊ, ਰਾਜਨੀਤਿਕ ਤੇ ਆਮ ਸਹਿਮਤੀ ਨਹੀਂ ਬਣਨੀ। ਪਰ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਇਹ ਸੰਘਰਸ਼ ਅੰਦੋਲਨ ਜਾਂ ਉਭਾਰ ਪ੍ਰਗਟ ਹੋ ਰਿਹਾ ਹੈ, ਇਹਦੇ ਪਿੱਛੇ ਪਤਾ ਨਹੀਂ ਕੀ ਕੁਛ ਹੈ ਜਿਹੜੇ ਸਾਨੂੰ ਦਿਸਦੇ ਨਹੀਂ ਕਾਰਨ। ਮੈਨੂੰ ਇਹ ਲੱਗਦਾ ਹੈ ਕਿ ਜੋ ਕੁਛ ਸਿੱਖ, ਤੁਸੀਂ ਦੇਖੋ ਕਈ ਥਾਵਾਂ ਤੇ ਬੁਲਾਰੇ ਬਾਰ-ਬਾਰ 84 ਦਾ ਜ਼ਿਕਰ ਲਿਆਉਂਦੇ ਹੈ, ਬਾਰ-ਬਾਰ ਸੰਤ ਭਿੰਡਰਾਂ ਵਾਲੇ ਦਾ ਜ਼ਿਕਰ ਆਉਂਦਾ ਹੈ, ਜਿਹੜੇ ਬੰਦੇ ਕਿਸੇ ਪੋਲੀਟੀਕਲ ਲੈਫਟ ਨਾਲ ਅਲਾਈਨਡ ਨਹੀਂ। ਸੋ ਜਦੋਂ ਕਿਤੇ ਜ਼ਿਕਰ ਹੁੰਦਾ ਹੈ ਤੇ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਤੇ ਜਜ਼ਬਾ ਪੈਦਾ ਹੁੰਦਾ ਹੈ। ਸੋ ਤੁਹਾਨੂੰ ਜੇ ਯਾਦ ਹੋਵੇ, ਮੈਂ ਆਪਦੀ ਤੀਜੀ ਕਿਤਾਬ ਦੇ ਵਿੱਚ ਜਿਹੜਾ ਸੀ ਨਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਦੁੱਤੀ ਵਰਤਾਰਾ ਦੀ ਗੱਲ ਆਈ ਕਿ ਜਦੋਂ ਵੀ ਸਿੱਖ ਕੌਮ ਤੇ ਭੀੜ ਬਣੂ ਤਾਂ ਉਹ ਭਿੰਡਰਾਂ ਵਾਲੇ ਨੂੰ ਆਵਾਜ਼ਾਂ ਦਿਓ, ਉਹ ਯਾਦ ਆਉਣਾ ਹੀ ਆਉਣਾ ਭਿੰਡਰਾਂ ਵਾਲਾ। ਹੁਣ ਇੱਥੇ ਜਿਹੜੀ ਯਾਦ ਕਰਨ ਦੀ ਗੱਲ ਹੈ ਉਹ ਹੁੰਦੀ ਹੈ ਮੇਨਲੀ ਸੁਪਨੇ ਨਾਲ, ਜੋ ਸੰਤਾਂ ਦਾ ਸੁਪਨਾ ਸੀ। ਯਾਦ ਕਰਨ ਦਾ ਅੱਜ ਮਤਲਬ ਹੈ ਉਸ ਸੁਪਨੇ ਨੂੰ ਪ੍ਰਣਾਉਣਾ। ਸੰਤ ਜਰਨੈਲ ਸਿੰਘ ਦਾ ਸੁਪਨਾ ਉਹ ਬਿਲਕੁਲ ਹੀ ਉਹਦੇ 'ਚ ਕੋਈ ਓਲਾ ਨਹੀਂ ਸੀ। ਉਹਨਾਂ ਨੂੰ ਇਹ ਸੀ ਕਿ ਜਿਹੜਾ ਸਿੱਖ ਕੌਮ ਹੈ ਇਹ ਅਕਾਲ ਪੁਰਖ ਨੇ ਸੋਬਰਨ ਸਾਜੀ ਹੈ, ਇਹ ਕਿਸੇ ਦੁਨਿਆਵੀ ਸ਼ਕਤੀ ਤੋਂ ਅਸੀਂ ਨਹੀਂ ਕੁਛ ਲਿਆ ਹੋਇਆ, ਤੇ ਜਿੱਤੋਂ ਕੁਛ ਲਿਆ ਨਹੀਂ ਉਹ ਸਾਡੀਆਂ ਹੱਦਾਂ ਤਾਂ ਸਾਡੀਆਂ ਸ਼ਰਤਾਂ ਕੀ ਮਿਥੂ। ਸੋ ਇਸ ਕਰਕੇ ਇਸ ਦਾ ਆਜ਼ਾਦ ਹਾਂ। ਇਹ ਆਜ਼ਾਦੀ ਦਾ ਜਜ਼ਬਾ ਕਦੇ ਕਿਵੇਂ ਪ੍ਰਗਟ ਹੁੰਦਾ ਰਿਹਾ, ਕਦੇ ਕਿਵੇਂ ਪ੍ਰਗਟ ਹੁੰਦਾ ਰਿਹਾ, ਉਹਦੇ ਮੌਕੇ ਤੇ ਉਹਦੇ ਪੋਲੀਟੀਕਲ ਇੰਪੈਕਟ ਪੈਂਦੇ ਰਹੇ ਨਾ, ਪਰ ਮੇਨਲੀ ਜਜ਼ਬਾ ਤੇ ਬਹੁਤ ਚਿਰਾਂ ਬਾਅਦ ਸੰਤ ਜਰਨੈਲ ਸੁਨੇ ਆ ਕੇ ਬਹੁਤ ਇੱਕ ਲੰਮੇ ਵਕਫੇ ਬਾਅਦ ਇਹ ਗੱਲ ਪੂਰੇ ਜਵੇ ਤੇ ਧੜੱਲੇ ਤੇ ਸਪਸ਼ਟਤਾ ਨਾਲ ਲਿਆਂਦੀ ਸੀ ਕਿ ਗੁਲਾਮੀ ਨਹੀਂ ਅਸੀਂ ਸਹਿਣੀ, ਸਿੱਖ ਭਾਰਤ 'ਚ ਗੁਲਾਮ ਹੈ ਤੇ ਗੁਲਾਮੀ ਅਸੀਂ ਸਹਿਣੀ ਨਹੀਂ, ਜਿਹਦਾ ਮਤਲਬ ਅਸੀਂ ਸੋਬਰਨ ਇੱਕ ਆਜ਼ਾਦ ਤੇ ਖੁਦ ਮੁਖਤਿਆਰ ਕੌਮ ਦੇ ਤੌਰ ਤੇ ਵਿਚਰਨਾ ਹੈ। ਇਹ ਜਜ਼ਬਾ ਹੈ ਇੱਕ ਖੁਦ ਮੁਖਤਿਆਰੀ ਦਾ, ਕਿਉਂਕਿ ਜੋ ਸਾਰਾ ਸੰਘਰਸ਼ ਲੜਿਆ ਗਿਆ, ਜਿੰਨਾ ਲਹੂ ਡੁੱਲਿਆ, ਜਿੰਨੀਆਂ ਸ਼ਹੀਦੀਆਂ ਹੋਈਆਂ, ਜੋ ਉਭਾਰ ਪ੍ਰਗਟ ਹੋਇਆ, ਜੇ ਕਿਤੇ ਇਹ ਗੱਲ ਨਾ ਆਉਂਦੀ ਤੇ ਧਰਮ ਯੁੱਧ ਮੋਰਚੇ ਦੀਆਂ ਵਲਗਣਾ ਅੰਦਰੀ ਲਹਿਰ ਨੇ ਚੱਲਣਾ ਹੁੰਦਾ ਤਾਂ ਇਸ ਤਰ੍ਹਾਂ ਦੀ ਸੰਘਰਸ਼ ਨਹੀਂ ਸੀ ਹੋਣਾ। ਸੋ ਜਿਹੜਾ ਕੌਮ ਦੇ ਕਿਤੇ ਮਨਾਂ 'ਚ ਸੁੱਤੀ ਪਈ ਗੱਲ ਹੈ ਉਹ ਬਾਰ-ਬਾਰ ਪ੍ਰਗਟ ਹੁੰਦੀ ਹੈ, ਭਾਵੇਂ ਕਿਸੇ ਕਲਾਕਾਰ ਦੇ ਗੀਤ ਰਾਹੀਂ ਹੋ ਜੇ, ਭਾਵੇਂ ਕਿਸੇ ਰੂਪ 'ਚ ਹੋ ਜੇ। ਹੁਣ ਜਿਹੜੀ ਨੌਜਵਾਨੀ ਦੀ ਇੰਨੀ ਪਾਰਟੀਸਪੇਸ਼ਨ ਹੋ ਰਹੀ ਹੈ, ਇੱਕਦਮ ਜਿਵੇਂ ਗਰਾਊਂਡ ਸਵੈਲ ਹੁੰਦੀ ਹੈ, ਉਹਦੇ ਅੰਦਰ ਕਿਤੇ ਨਾ ਕਿਤੇ ਇਹ ਗੱਲ ਜਾਗੀ ਪਈ ਹੈ, ਕਿਉਂਕਿ ਬਾਰ-ਬਾਰ ਉਹ ਗੱਲਾਂ ਆ ਰਹੀਆਂ ਕਿ ਸਾਡੇ ਨਾਲ ਕੀ ਬੀਤਿਆ, ਸਾਡੇ ਨਾਲ ਕੀ ਕੀਤਾ ਇਹਨਾਂ ਨੇ। ਹੁਣ ਤੁਸੀਂ ਦੇਖੋ ਕਿ ਜਦੋਂ ਇਹ ਕਾਨੂੰਨ ਦੀ ਗੱਲ ਕਰਦੇ ਆ, ਨਿਆਂਪਾਲਿਕਾ ਦੀ ਗੱਲ ਕਰਦੇ ਆ, ਇਨਸਾਫ ਦੀ ਗੱਲ ਕਰਦੇ ਆ, ਅਸੈਣੀ ਦਾ ਮਾਮਲਾ ਸਾਹਮਣੇ ਹੈ। ਉਹ ਭਾਰਤੀ ਕਾਨੂੰਨ ਨੂੰ, ਭਾਰਤੀ ਨਿਆਂ ਪ੍ਰਣਾਲੀ ਦਾ ਜਿਵੇਂ ਮਜ਼ਾਕ ਬਣਾਇਆ ਜਾ ਰਿਹਾ ਹੈ। ਸੋ ਇਹ ਗੱਲਾਂ ਲੋਕਾਂ ਦੇ ਮਨਾਂ ਤੇ ਅਸਰ ਪਾ ਰਹੀਆਂ ਹਨ। ਜਦੋਂ ਈਵਨ ਨਾਰੇ ਵੀ ਆਪਾਂ ਜਿਹੜੇ ਲਿਖੇ ਹੋਏ ਦੇਖਦੇ ਆ, ਜਿੱਦਾਂ ਦਿੱਲੀ ਨੂੰ ਸੰਬੋਧਨ ਹੋਇਆ ਜਾ ਰਿਹਾ, ਇਸ ਗੱਲ 'ਚ ਕੋਈ ਦੋ ਰਾਏ ਜਿਹੜੀ ਆ ਉਹ ਨਹੀਂ ਹੈਗੀ। ਤੁਸੀਂ ਕੀ ਮੰਨਦੇ ਹੋ ਕਿ ਇਹ ਪੰਜਾਬ ਖੇਤਰ ਦਾ ਹੀ ਮਸਲਾ ਆ ਜਾਂ ਇਸ ਸਾਰੇ ਖਿੱਤੇ ਦਾ ਮਸਲਾ ਹੈ? ਦੇਖੋ, ਇਹਨੂੰ ਵੀ ਦੋ ਪਹੁੰਚਾਂ ਹੋ ਸਕਦੀਆਂ। ਇੱਕ ਤਾਂ ਜਿਹਨੂੰ ਇਹ ਕਹਿ ਲਈਏ ਕਿ ਇੱਕ ਸੰਕੀਰਨ ਜਾਂ ਤੰਗ ਨਜ਼ਰ ਪਹੁੰਚ ਜਿਹੜੀ ਆਮ ਕੌਮਾਂ 'ਚ ਹੁੰਦੀ ਹੈ, ਅਸੀਂ ਦੂਜਿਆਂ ਤੋਂ ਕੀ ਲੈਣਾ, ਸਾਨੂੰ ਤਾਂ ਆਪਦੇ ਤੱਕ ਮਤਲਬ ਹੈ। ਪਰ ਸਿੱਖ ਕੌਮ ਇਸ ਤਰ੍ਹਾਂ ਨਹੀਂ ਕਰ ਸਕਦੀ, ਕਿਉਂਕਿ ਜੇ ਗੁਰੂ ਸਾਹਿਬ ਦੇ ਦਰਸ਼ਾਂ ਨੂੰ ਪਰਨਾਈ ਹੈ ਫਿਰ ਸਾਨੂੰ ਸਰਬੱਤ ਦੇ ਭਲੇ ਦਾ ਰੱਖਣਾ ਪਊ। ਨਿਸ਼ਚਿਤ ਤੌਰ ਤੇ ਆਪਦੀ ਆਜ਼ਾਦੀ ਤੇ ਜ਼ੋਰ ਦੇਣਾ, ਉਹਦੇ ਲਈ ਲੜਨਾ, ਉਹਦੇ ਲਈ ਜੂਝਣਾ, ਪਰ ਉਹ ਇਸ ਤਰ੍ਹਾਂ ਦੀ ਆਜ਼ਾਦੀ ਦਾ ਸਾਡਾ ਜਿਹੜਾ ਵਿਜ਼ਨ ਨਹੀਂ ਹੋਊਗਾ ਜਾਂ ਪਰਸਪੈਕਟਿਵ ਜਿਹੜੇ ਬਾਕੀਆਂ ਦੁਨੀਆ 'ਚ ਕੌਮਾਂ ਨੇ ਆਪਦੇ ਰਾਜ ਕਾਇਮ ਕੀਤੇ ਨੇ। ਸੋ ਜਿੱਥੇ ਸਰਬੱਤ ਦਾ ਭਲਾ ਹੈ, ਇਹ ਸਿਰਫ ਕਹਿਣ ਦਾ ਸ਼ਬਦ ਨਾ ਰਹੇ, ਇਹ ਤੁਹਾਡੀਆਂ ਪਾਲਿਸੀ 'ਚ ਜਦੋਂ ਤੁਸੀਂ ਉਹਨੂੰ ਫਾਰਮੂਲੇਟ ਕਰਦੇ ਹੋ, ਉਹਨੂੰ ਬਿਆਨ ਕਰਦੇ ਹੋ, ਤਾਂ ਉਹਦੇ 'ਚ ਨੈਚੁਰਲੀ ਇਹ ਹੈ ਕਿ ਇਹ ਇਕੱਲਾ ਪੰਜਾਬ ਦਾ ਮਸਲਾ ਨਹੀਂ, ਪੰਜਾਬ ਸਪੀਅਰ ਹੈਡ ਕਰ ਰਿਹਾ ਹੈ। ਸੋ ਜਦੋਂ ਇਹ ਸਾਰੇ ਖੇਤਰ ਦਾ ਮਸਲਾ ਹੈਗਾ ਆ,
ਔਰ ਪੰਜਾਬ ਦੇ ਵਿੱਚੋਂ ਜਦੋਂ ਗੱਲ ਉੱਠਦੀ ਹੈ, ਉਹ ਜ਼ਾਹਰ ਜੀ ਗੱਲ ਆ, ਬੇਸ਼ੱਕ ਆਰਥਿਕ ਮਸਲਿਆਂ ਨੂੰ ਲੈ ਕੇ ਉੱਠੇ, ਉਹ ਅਲਟੀਮੇਟਲੀ ਪੋਲੀਟੀਕਲ ਦੇ ਰਾਹੀਂ ਹੁੰਦਿਆਂ ਹੋਇਆਂ ਉਸ ਪੋਲੀਟੀਕਲ ਗੁਲਾਮੀ ਜਾਂ ਆਜ਼ਾਦੀ ਵਾਲੇ ਮਸਲੇ ਨੁਕਤੇ ਦੇ ਤੱਕ ਚਲੀ ਜਾਂਦੀ ਹੈ। ਠੀਕ ਹੈ ਜੀ। ਸਾਰੇ ਆਪਾਂ ਪਿਛਲੇ ਸਮੇਂ ਦੇ ਦੌਰਾਨ ਦੇਖਦੇ ਰਹੇ ਹਾਂ। ਪਰ ਜਦੋਂ ਜੇ ਟੈਕਟੀਕਲੀ ਦੇਖਿਆ ਜਾਵੇ ਤਾਂ ਤੁਹਾਨੂੰ ਲੱਗਦਾ ਹੈ ਕਿ ਇਹ ਸੰਘਰਸ਼ ਬਾਕੀ ਖਿੱਤੇ ਦੇ ਨਾਲ ਰਲ ਕੇ ਕੋਈ ਕਾਮਨ ਪੁਆਇੰਟ ਬਣ ਸਕਦਾ ਹੈ? ਅਜੇ ਇਹਦੀ ਸੰਭਾਵਨਾ ਅਜੇ ਸੰਭਾਵਨਾ ਘੱਟ ਹੈ। ਅਜੇ ਤਾਂ ਇਹ ਹੈ ਵੀ ਪਰਸਪੈਕਟਿਵ ਇਹ ਰੱਖੋ, ਅਮਲੀ ਸੰਭਾਵਨਾ ਅਜੇ ਦੀ ਬਹੁਤੀ ਨਾ ਰੱਖੋ, ਕਿਉਂਕਿ ਜਿਹੜਾ ਇੰਡੀਅਨ ਨੇਸ਼ਨ ਦਾ ਕਨਸੈਪਟ ਹੈ ਜਾਂ ਵਿਚਾਰ ਹੈ, ਖਿਆਲ ਹੈ, ਆਈਡੀਆ ਹੈ, ਉਹ ਇੰਨਾ ਐਂਟਰੈਂਚ ਹੋ ਚੁੱਕਿਆ ਹੈ, ਬੰਦਿਆਂ ਨੂੰ ਪਤਾ ਹੀ ਨਹੀਂ ਲੱਗਦਾ। ਚਲੋ ਇਹ ਵੀ ਗੱਲ ਆਪਾਂ ਮੰਨ ਲੈਂਦੇ ਹਾਂ ਕਿ ਅਮਲੀ ਰੂਪ ਦੇ ਵਿੱਚ ਇਹਦੀ ਸੰਭਾਵਨਾ ਹਾਲੀ ਘਟਦੀ ਹੈ। ਹਾਂਜੀ। ਪਰ ਜੇਕਰ ਆਪਾਂ ਕਹਿ ਲਓ ਕਿ ਥੋੜਾ ਜਿਹਾ ਥਿਓਰੈਟੀਕਲ ਆਸਪੈਕਟਸ ਨੂੰ ਹੀ ਲੈ ਕੇ ਦੇਖੀਏ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਕੀ ਹਿੱਸੇ ਜਿਹੜੇ ਨੇ ਉਹ ਸੋਵਰੇਨਿਟੀ ਵੱਲ ਨੂੰ ਨਹੀਂ ਜਾਂਦੇ। ਹਾਂ, ਉਹ ਜੇ ਫੈਡਰਲਿਜ਼ਮ ਤੇ ਹਾਂ ਮੈਂ ਇਸੇ ਗੱਲ ਤੇ ਆਉਣਾ ਸੀ। ਹਾਂਜੀ, ਉਹ ਫੈਡਰਲਿਜ਼ਮ ਦੇ ਉੱਪਰ ਆਉਂਦੇ। ਫੈਡਰਲਿਜ਼ਮ ਤੇ ਕਾਫੀ ਤਾਕਤ। ਫੈਡਰਲਿਜ਼ਮ ਦਾ ਵੀ ਜਿਹੜਾ ਮਸਲਾ ਆ ਉਹ ਆਰਥਿਕ ਤੋਂ ਵੱਧ ਪੋਲੀਟੀਕਲ ਹੈ। ਪੋਲੀਟੀਕਲ ਹੈ। ਇਹ ਹੁਣ ਇਹ ਥਿਊਰੀ ਦੇ ਵਿੱਚ ਆਪਾਂ ਇਹ ਮੰਨਦੇ ਹਾਂ ਕਿ ਇੱਕ ਕਾਮਨ ਪੁਆਇੰਟ ਜਿਹੜਾ ਆ ਉਹ ਬਾਕੀਆਂ ਦੇ ਨਾਲ ਤਾਲਮੇਲ ਦਾ ਬਣ ਸਕਦਾ ਹੈ। ਤੁਸੀਂ ਸਹਿਮਤ ਹੋ ਇਸ ਗੱਲ ਨਾਲ? ਹਾਂਜੀ। ਤਾਂ ਇਸ ਗੱਲ ਦੀ ਪ੍ਰੈਕਟੀਕੈਲਿਟੀ ਕਿੰਨੀ ਹੈ ਕਿ ਇਹ ਵਾਲੀ ਜਿਹੜੀ ਆਰਥਿਕ ਮਸਲੇ ਨੂੰ ਲੈ ਕੇ ਸੰਘਰਸ਼ ਹੋਇਆ ਉਹ ਫੈਡਰਲਿਜ਼ਮ ਦੇ ਪੋਲੀਟੀਕਲ ਨੁਕਤੇ ਤੱਕ ਚਲਿਆ ਜਾਵੇ ਔਰ ਉਹਦੇ ਵਿੱਚ ਬਾਕੀਆਂ ਦੀ ਸ਼ਮੂਲੀਅਤ ਦੇ ਨਾਲ ਇਹਦਾ ਜਿਹੜਾ ਰੂਪ ਆ, ਠੀਕ ਆ, ਉਹ ਪੰਜਾਬ ਦੇ ਹਿਸਾਬ ਨਾਲ ਸਾਨੂੰ ਲੱਗ ਸਕਦਾ ਆ ਕਿ ਜਿਹੜੀ ਅਲਟੀਮੇਟ ਗੱਲ ਆ ਉਸ ਤੋਂ ਹੇਠਾਂ ਨੂੰ ਆ ਰਿਹਾ, ਪਰ ਓਵਰਆਲ ਮਜ਼ਬੂਤੀ ਬਣ ਸਕਦੀ ਹੈ। ਤੁਹਾਨੂੰ ਲੱਗਦਾ ਕਿ ਜਦੋਂ ਦੇਖੋ ਇਸ ਤਰ੍ਹਾਂ ਦੀ ਡਾਇਵਰਸ ਸਿਚੁਏਸ਼ਨ ਹੁੰਦੀ ਹੈ ਨਾ, ਹਰ ਇੱਕ ਦੀ ਨੂੰ ਸੈਟੀਸਫਾਈ ਨਹੀਂ ਤੁਸੀਂ ਕਰ ਸਕਦੇ। ਸੋ ਜਿਹੜੀ ਐਡਵਾਂਸਡ ਹੋਊ, ਜਿਵੇਂ ਸਿੱਖਾਂ ਦਾ ਫੈਡਰਲਿਜ਼ਮ ਨਾਲ ਗੁਜ਼ਾਰਾ ਨਹੀਂ ਅੱਜ, ਟੂ ਬੀ ਵੈਰੀ ਕਲੀਅਰ। ਪਰ ਉਹ ਇਹ ਨਹੀਂ ਕਹਿਣਗੇ ਕਿ ਜਿਹੜੇ ਫੈਡਰਲਿਜ਼ਮ ਮੰਗ ਰਹੇ ਨੇ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ। ਇਟਸ ਅ ਵਨ ਸਟੈਪ ਫਾਰਵਰਡ। ਇਹਦੇ ਨਾਲ ਜਿਹੜੇ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਹੈ ਉਸ ਨੂੰ ਇੱਕ ਢਾਹ ਲੱਗਦੀ ਹੈ। ਸੋ ਇਸ ਪੱਖੋਂ ਇਹ ਬੜਾ ਤਕੜਾ ਹੈ। ਹੁਣ ਇਹਦੇ ਵਿੱਚ ਇੱਕ ਗੱਲ ਹੋਰ ਹੈ ਜਿਹੜੀ ਮੈਂ ਤੁਹਾਡੇ ਇੱਥੇ ਗੱਲ ਕਰਨੀ ਚਾਹੁੰਦਾ। ਦੇਖੋ, ਜਦੋਂ ਫੈਡਰਲਿਜ਼ਮ ਦਾ ਇਸ਼ੂ ਉੱਠਿਆ, ਇਹ 50ਵਿਆਂ 'ਚ ਉੱਠਣਾ ਸ਼ੁਰੂ ਹੋ ਗਿਆ ਸੀ, 60s ਤੇ 70 'ਚ ਤਕੜਾ ਹੋਇਆ, 80s ਦੇ ਵਿੱਚ ਇਹਨੇ ਬੜੀ ਪਾਵਰਫੁਲ ਆਵਾਜ਼ ਬਣੀ। ਜਦੋਂ ਆਪਣਾ ਜੰਮੂ ਕਸ਼ਮੀਰ ਤੋਂ ਲੈ ਕੇ ਆਂਧਰਾ ਤੱਕ, ਤਾਮਿਲਨਾਡੂ ਤੋਂ ਲੈ ਕੇ ਹਰ ਜਗ੍ਹਾ ਰੀਜਨਲ ਫੋਰਸਸ, ਜਿਹਨੂੰ ਇਲਾਕਾਈ ਪਾਰਟੀਆਂ ਸੀ, ਰੀਜਨਲ ਪਾਰਟੀਆਂ ਉੱਭਰੀਆਂ, ਉਹਨਾਂ ਦੇ ਬੜੇ ਪਾਵਰਫੁਲ ਲੀਡਰ ਉੱਭਰੇ। ਉਹ ਜਿਹੜਾ ਫੇਜ਼ ਸੀ ਨਾ, ਉਹਦੇ 'ਚ ਇਹ ਸੀ ਵੀ ਜਿਹੜੀਆਂ ਰੀਜਨਲ ਤਾਕਤਾਂ ਸੀ, ਉਹਨਾਂ ਦੀ ਜਿਹੜੀ ਲੀਡਰਸ਼ਿਪ ਸੀ, ਜਿਹੜਾ ਅਲੀਟ ਸੀ, ਉਹਦੇ ਵਿੱਚ ਬੜੀ ਅਰਜ਼ ਸੀ, ਇੱਕ ਤਾਂਘ ਕਿ ਮੈਂ ਆਪਦੇ ਖਿੱਤੇ 'ਚ ਆਪਦਾ ਰਾਜ ਕਾਇਮ ਕਰਨਾ ਹੈ। ਤੇ ਉਹ ਟਕਰਾਅ 'ਚ ਆਉਂਦਾ ਸੀ ਸੈਂਟਰ ਨਾਲ। ਉਹ ਤਾਂਘ ਉਸ ਮੌਕੇ ਦੇ ਉੱਤੇ ਬੜਾ ਪੋਜ਼ਿਟਿਵ ਰੋਲ ਪਲੇ ਕਰ ਰਹੀ ਸੀ। ਪਰ ਅਖੀਰ ਨੂੰ ਉਹਨਾਂ ਦੀ ਪਿਛਲੇ ਪੀੜ ਦੇ ਵਿੱਚ ਉਹ ਤਾਂਘ ਪੂਰੀ ਹੋਈ। ਬਹੁਤ ਸਾਰੇ ਥਾਵਾਂ 'ਤੇ ਰੀਜਨਲ ਫੋਰਸਸ ਤਾਕਤ 'ਚ ਆ ਗਈਆਂ। ਉਹ ਫਿਰ ਜਿਵੇਂ ਵਾਪਰਦਾ ਕਿ ਪਾਵਰ ਕਰਪਟਸ। ਤੋ ਜਦੋਂ ਉਹਨਾਂ ਨੂੰ ਪਾਵਰ ਮਿਲ ਗਈ, ਹੁਣ ਉਹ ਸਾਰੀਆਂ ਆਂਧਰਾ ਪ੍ਰਦੇਸ਼ ਤੋਂ ਲੈ ਕੇ ਤਾਮਿਲਨਾਡੂ ਤੋਂ ਲੈ ਕੇ ਅਕਾਲੀ ਦਲ ਉਹਦੀ ਕਲਾਸੀਕਲ ਉਦਾਹਰਨ ਹੈ ਕਿ ਕਿੱਥੋਂ ਚੱਲੇ ਸੀ। ਤੇ ਮੁੜ ਕੇ ਜਦੋਂ ਰਾਜ ਮਿਲ ਗਿਆ, ਉਸ ਰਾਜ ਨੇ ਇਹਨਾਂ ਦੇ ਕਰੈਕਟਰ ਨੂੰ ਇਰੋਡ ਕਰਤਾ ਹੈ, ਖੋਰਾ ਲਾਤਾ ਹੈ। ਅੱਜ ਇਹ ਪਾਰਟੀਆਂ, ਇਹ ਰੀਜਨਲ ਫੋਰਸਸ, ਇਸ ਕਰਕੇ ਹੁਣ ਨਵੀਆਂ ਉੱਭਰਨਗੀਆਂ। ਇਟ ਵਿਲ ਟੇਕ ਟਾਈਮ। ਉਸੇ ਦੇ ਉੱਪਰ ਹੀ ਆਪਾਂ ਆਉਣਾ ਚਾਹੁੰਦਾ ਸੀਗਾ ਮੈਂ। ਹਾਂਜੀ, ਕਿ ਇਹ ਗੱਲ ਠੀਕ ਹੈ ਕਿ ਜਿੰਨੇ ਚੱਲ ਰਹੇ ਢਾਂਚੇ ਨੇ ਜਾਂ ਪੋਲੀਟੀਕਲ ਧਿਰਾਂ ਉੱਭਰੀਆਂ ਸੀਗੀਆਂ, ਉਹਨਾਂ ਤੋਂ ਉਮੀਦ ਨਹੀਂ ਰਹੀ। ਆਪਾਂ ਦੇਖਿਆ ਕਿ ਗਾਏ ਬਗਾਏ ਪਿਛਲੇ ਸਾਰੇ ਮਸਲਿਆਂ ਦੇ ਦੌਰਾਨ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਪੋਲੀਟੀਕਲ ਡਿਸੈਂਟ ਦਾ ਜਿਹੜਾ ਪ੍ਰਗਟਾਵਾ ਆ ਉਹ ਪਹਿਲਾਂ ਦੇ ਨਾਲੋਂ ਵਧਿਆ ਆ। ਸੋ ਇਹ ਮਸਲਾ ਜਿਹੜਾ ਵਿਆਪਕ ਪੱਧਰ ਦੇ ਉੱਪਰ ਸਾਰੇ ਖਿੱਤੇ ਦੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਆ। ਕੀ ਤੁਹਾਨੂੰ ਕੋਈ ਸੰਭਾਵਨਾ ਲੱਗਦੀ ਹੈ ਕਿ ਇਹਦੇ ਵਿੱਚੋਂ ਕੋਈ ਸਾਂਝੀ ਕਿਸੇ ਤਰ੍ਹਾਂ ਦੀ ਮੂਵਮੈਂਟ ਉੱਭਰਨ ਦੇ ਅਸਾਰ ਬਣਦੇ ਨੇ? ਉਹਦੇ ਵਿੱਚ ਕਿਹੜੇ ਮੁੱਖ ਹਰਡਲ ਲੱਗਦੇ ਆ? ਜੇ ਕੋਈ ਪੋਜ਼ਿਟਿਵ ਪੁਆਇੰਟ ਲੱਗਦਾ ਤੇ ਉਹ ਕਿਹੜਾ ਹੈ? ਦੇਖੋ, ਪੋਜ਼ਿਟਿਵ ਪੁਆਇੰਟ ਤਾਂ ਇਹ ਹੈ ਕਿ ਜਿਹੜਾ ਇੰਟੈਲੀਜੈਂਸੀ ਹੈ ਨਾ, ਜਿਹੜਾ ਹਿੰਦੂਤਵੀ ਨਹੀਂ, ਜਿਹਨੂੰ ਜਿਹੜਾ ਉਹਨਾਂ ਦਾ ਮਾਡਲ ਹੈ ਸਿੰਗਲ ਨੇਸ਼ਨ ਵਾਲਾ, ਉਹ ਉਹਨਾਂ ਮਤਲਬ ਐਕਸੈਪਟੇਬਲ ਨਹੀਂ ਲੱਗਦਾ। ਪਰ ਹੈ ਉਹ ਭਾਵੇਂ ਇੰਡੀਅਨ ਨੇਸ਼ਨ ਵਾਲੇ ਹੀ, ਉਹਨਾਂ ਨੂੰ ਇਹ ਵੀ ਇੱਕ ਮੋਕਲਾ ਜਿਹਾ ਰੱਖ ਕੇ ਇਹਨੂੰ ਇਸ ਤਰ੍ਹਾਂ ਬਣਾਇਆ ਜਾ ਸਕਦਾ ਹੈ। ਉਹ ਇੰਟੈਲੀਜੈਂਸੀਆ ਹੁਣ ਪੈਨਿਕੀ ਹੋਇਆ, ਡਰਿਆ ਪਿਆ। ਸੋ ਉਹ ਫੈਡਰਲਿਜ਼ਮ ਵਾਲੀ ਗੱਲ ਬਹੁਤ ਜ਼ੋਰ ਸ਼ੋਰ ਨਾਲ ਲਿਆ ਸਕਦਾ ਜੇ ਕੋਈ ਇਹੋ ਜਿਹਾ ਕ੍ਰੈਡੀਬਲ ਪਲੇਟਫਾਰਮ
ਕਿਤੇ ਉੱਭਰੇ। ਟੂ ਸਟਾਰਟ ਵਿਦ ਅਜੇ ਇੰਟੈਲੀਜੈਂਸੀਏ ਦੀ ਲਾਮਬੰਦੀ, ਉਹਦੇ 'ਚੋਂ ਮਿਲਣਾ ਹੁੰਗਾਰਾ, ਫਿਰ ਉਹ ਹੌਲੀ ਹੌਲੀ ਡਿਸੈਮੀਨੇਟ ਕਰੂਗਾ ਜਿਹੜੇ ਦੂਜੇ ਲੋਕ ਨੇ ਹੇਠਾਂ ਤੱਕ ਜਾਂ ਸਟਰਗਲਿੰਗ। ਅਤੇ ਦੂਜੀ ਗੱਲ ਸੁਭਾਵਨਾ ਇਹ ਹੈ ਕਿ ਜਿਹੜੀ ਕਿਸਾਨੀ ਹੈ, ਕਿਉਂਕਿ ਕਿਸਾਨੀ ਦਾ ਭਵਿੱਖ ਬੜਾ ਡਰਾਉਣਾ ਹੋਇਆ ਪਿਆ, ਡੂ ਔਰ ਡਾਈ, ਵੀ ਜਾਂ ਹੁਣ ਮਰੋ ਜਾਂ ਕਰੋ। ਜੇ ਉਹਨਾਂ ਤੱਕ ਇਹ ਗੱਲ ਲਿਜਾਈ ਜਾਵੇ ਤਾਂ ਉਹ ਉਹਨਾਂ ਦੇ ਕਾਫੀ ਹਿੱਸੇ ਇਹਦੇ ਨਾਲ ਕਾਇਲ ਹੋ ਸਕਦੇ ਨੇ। ਸੋ ਸਾਡੇ ਹੁਣ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਮੈਨੂੰ ਲੱਗਦਾ ਕਮਜ਼ੋਰੀ ਇਹ ਹੈ ਕਿ ਜਿਹੜੀ ਇਹ ਧਿਰ ਸੀ ਜਿਹਨੇ ਐਡੀ ਵੱਡੀ ਲੜਾਈ ਲੜੀ ਆ, ਅਕਾਲੀ ਦਲ ਨੇ ਤਾਂ ਖੈਰ ਲਿਜਾਣਾ ਹੀ ਕੀ ਸੀ, ਈਵਨ ਜਿਹੜੀਆਂ ਅਕਾਲੀ ਦਲ ਦੀਆਂ ਵਿਰੋਧੀ ਤਾਕਤਾਂ ਵੀ ਹੈ, ਜਿਹਨੂੰ ਰੈਡੀਕਲ ਫੋਰਸਿਸ ਕਹਿ ਲਓ, ਪੰਥਕ ਧਿਰਾਂ ਕਹਿ ਲਓ। ਇਹ ਗੱਲ ਤੇ ਆਉਣਾ ਚਾਹੁੰਦਾ ਸੀਗਾ। ਹਾਂਜੀ, ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਬਾਕੀ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਨਵੀਂ ਪੋਲੀਟੀਕਲ ਫੋਰਸ ਜਿਹੜੀ ਕਿ ਦਿੱਤੇ ਹੋਏ ਪੈਰਾਮੀਟਰਸ ਨੂੰ ਕਿਤੇ ਨਾ ਕਿਤੇ ਤੋੜਦੀ ਹੋਵੇ, ਉਹਦੇ ਕੋਈ ਉੱਭਰਨ ਦੀ ਸੰਭਾਵਨਾ ਦੇ ਉਹਦੀ ਤਾਂ ਹੈਗੀ ਹੈ, ਬਿਲਕੁਲ ਹੈ। ਪਰ ਇਹਦੇ 'ਚ ਹੈ ਵੀ ਬਹੁਤ ਬੋਲਡ ਸਟੈਪ ਲੈਣੇ ਪੈਂਦੇ ਨੇ, ਬਹੁਤ ਬੋਲਡ ਅਤੇ ਥੋੜ੍ਹਾ ਅਗਰੈਸਿਵਲੀ, ਕਿਉਂਕਿ ਜਦੋਂ ਤੁਸੀਂ ਇੱਕ ਭੰਨਣੀ ਹੈ ਨਾ ਜਮੂਦ ਜਾਂ ਖੜੋਤ, ਉਹ ਥੋੜ੍ਹਾ ਅਗਰੈਸਿਵ ਹੋ ਕੇ ਭੰਨੀ ਜਾਂਦੀ ਹੈ। ਵੀ ਆਪਦੀ ਗੱਲ ਨੂੰ ਅਗਰੈਸਿਵਲੀ ਲੈ ਕੇ ਜਾਓ, ਆਪਦੇ ਆਈਡੀਏ ਨੂੰ। ਅਗਰੈਸਿਵ ਦਾ ਮਤਲਬ ਨਾਅਰੇਬਾਜ਼ੀ ਨਹੀਂ, ਇੱਕ ਆਈਡੀਆ ਤੁਸੀਂ ਇੰਨੇ ਜ਼ੋਰ ਨਾਲ ਲੈ ਕੇ ਜਾਓ ਤਾਂ ਜਦੋਂ ਉਹ ਆਈਡੀਆ ਜਾਊਗਾ ਤਾਂ ਉਸ ਨੂੰ ਐਕਸੈਪਟ ਕਰਨ ਵਾਲੇ ਕਾਫੀ, ਕਿਉਂਕਿ ਲੋਕਾਂ ਦੇ ਵਿੱਚ ਜਿਹੜੀ ਮਜੂਸੀ ਹੈ ਨਾ, ਹਾਂਜੀ, ਭਵਿੱਖ ਬਾਰੇ ਚਿੰਤਾ ਸਾਰੇ ਸੈਕਸ਼ਨ 'ਚ ਹੈ। ਦੇਖੋ, ਜਿੰਨਾ ਵੈਸੇ ਹੁਣ ਤੱਕ ਦਾ ਵਿਸ਼ਲੇਸ਼ਣ, ਜਿੰਨੀ ਇਹ ਘਟਨਾਕ੍ਰਮ ਵਾਪਰਿਆ ਆ, ਉਹਨੂੰ ਘਟਨਾਵਾਂ ਨੂੰ ਮੋਟੇ ਤੌਰ ਤੇ ਦੇਖੀਏ ਤਾਂ ਇਹ ਇੱਕ ਗੁੱਸੇ ਦੇ ਪ੍ਰਗਟਾਵੇ ਤੱਕ ਸੀਮਤ ਹੈਗਾ ਆ। ਹਾਂ, ਕੋਈ ਵਜਵਾਂ ਏਜੰਡਾ ਵੀ ਹਾਲੇ ਤੱਕ ਨਜ਼ਰ ਨਹੀਂ ਆ ਰਿਹਾ। ਜਾਂ ਤੁਸੀਂ ਸਹਿਮਤ ਹੋ ਇਸ ਗੱਲ ਨਾਲ, ਜਾਂ ਤੁਹਾਨੂੰ ਲੱਗਦਾ ਕਿ ਵਜਵਾਂ ਏਜੰਡਾ ਸਾਹਮਣੇ ਆਇਆ ਇਹ ਸਾਰੇ ਦੇ ਦੌਰਾਨ? ਅੰਡਰ ਕਰੰਟ ਹੈ, ਸੈਂਟੀਮੈਂਟ, ਪਰ ਉਹ ਅਜੇ ਫਾਰਮੂਲੇਟ, ਕੋਈ ਉਹਨੂੰ ਚੰਗੀ ਤਰ੍ਹਾਂ ਕੋਈ ਫਾਰਮੂਲੇਟ ਕਰਕੇ ਅੱਗੇ ਲਿਆ ਆਵੇ ਜਿਹਦੇ ਨਾਲ ਕਲੈਰਿਟੀ ਬਣੇ। ਤੁਹਾਨੂੰ ਲੱਗਦਾ ਕਿ ਇਹ ਮਤਲਬ ਜਿੱਦਾਂ ਇਹ ਸਾਰਾ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਆ ਵੀ ਫਾਰਮੂਲੇਸ਼ਨ ਵੱਲ ਨੂੰ ਉਹ ਰੁਝਾਨ ਹੈ ਇਸ ਸਾਰੀ ਮੂਵਮੈਂਟ ਦੇ ਵਿੱਚ ਹਾਲੇ ਤੱਕ, ਜਾਂ ਇਟਸ ਟੂ ਅਰਲੀ ਟੂ ਸੇ? ਕੀ ਤੁਸੀਂ ਇਸ ਬਾਰੇ ਸਮਝਦੇ? ਅਜੇ ਨਾ ਬੜੀਆਂ ਖਿੰਡਵੀਆਂ ਸਕੈਟਰਡ ਵੌਇਸਿਸ ਸੁਣ ਰਹੀਆਂ ਨੇ। ਜੇ ਤੁਸੀਂ ਦੇਖੋ ਸਾਰੇ ਥਾਵਾਂ ਤੇ ਧਰਨਿਆਂ 'ਚ ਆਈਡੀਆ ਤਾਂ ਇੰਟਰੋਡਿਊਸ ਹੋ ਰਿਹਾ ਹੈ, ਕਦੇ ਕਿਸੇ ਵੱਲੋਂ ਕਦੇ ਕਿਸੇ ਵੱਲੋਂ, ਈਵਨ ਕਲਾਕਾਰਾਂ ਵੱਲੋਂ ਵੀ ਹੋ ਰਿਹਾ ਹੈ, ਕਿਉਂਕਿ ਉਹ ਜੁੜੇ ਹੋਏ ਨੇ। ਉਹ ਲਗਾਤਾਰ ਸੋਸ਼ਲ ਮੀਡੀਆ 'ਤੇ ਸਾਰਾ ਜੋ ਡਿਸਕੋਰਸ ਚੱਲਦਾ ਹੈ ਉਹਦੇ 'ਚੋਂ ਉਹ ਪਿਕਅਪ ਕਰਦੇ ਨੇ ਜਿਹੜੀਆਂ ਪਾਪੂਲਰ ਕੁਛ ਗੱਲਾਂ ਜਾਂ ਮਨ ਨੂੰ ਟੁੰਬਦੀਆਂ ਜਿਹੜੀਆਂ ਗੱਲਾਂ। ਸੋ ਇਹ ਹੈ ਤਾਂ ਬਹੁਤ ਟੁੰਬਵਾਂ, ਪਰ ਇਹਨੂੰ ਜਿਹੜੇ ਸੀਰੀਅਸ ਥਿੰਕਰ ਜਿਹੜੇ ਨੇ ਉਹ ਲਿਆਉਣ। ਜੇ ਆਪਾਂ ਕਹਿਣਾ ਹੋਵੇ ਕਿ ਇਹਨੂੰ ਧਰਨਿਆਂ ਦੀ ਵਿਉਂਤਬੰਦੀ ਤੋਂ ਅਗਾਂਹ ਲੈ ਕੇ ਜਾਣਾ ਹੋਵੇ, ਉਹਦੇ ਵਾਸਤੇ ਫੋਰਮੋਸਟ ਕੰਮ ਤੁਸੀਂ ਕਿਹੜਾ ਮੰਨਦੇ ਹੋ ਕਿ ਹੋਵੇ? ਉਹ ਤਾਂ ਲੱਗਦਾ ਕਿ ਕੋਈ ਧਿਰ ਹੈ ਜਿਹੜੀ ਉਸ ਪਾਸੇ ਨੂੰ ਇਨੀਸ਼ੀਏਟਿਵ ਲੈ? ਦੇਖੋ, ਜੋ ਹਿਸਟੋਰੀਕਲ ਐਕਸਪੀਰੀਅੰਸ ਉਹਦੇ ਵਿੱਚ ਹੈ ਵੀ ਇਹੋ ਜਿਹੇ ਮੌਕੇ 'ਤੇ ਆਮ ਤੌਰ 'ਤੇ ਜਿਹੜਾ ਟ੍ਰੈਡੀਸ਼ਨਲ ਇੰਟੈਲੀਜੈਂਸੀ ਹੈ, ਜਿਵੇਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਹਰ ਜਗ੍ਹਾ 'ਤੇ ਉਹਨਾਂ ਨੇ ਬੜਾ ਰੋਲ ਨਿਭਾਇਆ ਹੈ, ਇਹੋ ਜਿਹੇ ਮੌਕਿਆਂ 'ਤੇ ਉਹ ਨਿਭਾਉਂਦੇ ਨੇ। ਪਰ ਅਨਫਾਰਚੂਨੇਟਲੀ ਪੰਜਾਬ ਦੇ ਵਿੱਚ ਉਹ ਜਿਹੜਾ ਸੈਕਸ਼ਨ ਹੈ ਉਹ ਬਹੁਤ ਹੀ, ਇਹ ਕਹਿ ਲਓ ਕਿ ਕਰਪਟ ਹੋ ਚੁੱਕਿਆ ਹੈ। ਉਹਨਾਂ ਦੀਆਂ ਜਿੰਨੀਆਂ ਤਨਖਾਹਾਂ ਵਧੀਆਂ, ਜਿਸ ਕਿਸਮ ਦੀਆਂ ਸੁੱਖ ਸਹੂਲਤਾਂ, ਅਤੇ ਖਾਸ ਕਰਕੇ ਜਿਹੜੀ ਲੈਫਟ ਦੀ ਇੰਡੋਕਟਰੀਨੇਸ਼ਨ ਹੋਈ ਹੈ ਉਹ ਬੜੀ ਸੂਟ ਕਰਦੀ ਹੈ ਉਹਨਾਂ ਨੂੰ ਉਸ ਤਰ੍ਹਾਂ। ਸੋ ਉਹ ਸੈਕਸ਼ਨ ਅਜੇ ਕਮਜ਼ੋਰ ਹੈ। ਉਹਦੇ 'ਚ ਕੋਈ ਬਦਲ ਦੇਖਦੇ ਹੋ ਉਹਦਾ, ਜਾਂ ਸੰਭਾਵਨਾ ਕਿਸੇ ਬਦਲ ਦੀ? ਸੰਭਾਵਨਾ ਤਾਂ ਬਦਲਦੀ ਇਹੀ ਹੈ ਕਿ ਜਿਹੜਾ ਹੋਰ ਸੁਸਾਇਟੀ ਦੇ ਵਿੱਚ ਭਾਵੇਂ ਉਹ ਸੋਸ਼ਲ ਮੀਡੀਆ 'ਤੇ ਆਵਾਜ਼ਾਂ ਉੱਠ ਰਹੀਆਂ ਹੈ, ਕੁਛ ਬੰਦੇ ਖਿੰਡਵੇਂ ਹੈ ਨਾ ਪੋਸਟਾਂ ਪਾਉਂਦੇ ਨੇ, ਜੇ ਤੁਸੀਂ ਟੋਟਲ ਦੇਖੋ ਕਈ ਥਾਵਾਂ ਤੋਂ ਬੜੀ ਸੋਹਣੀਆਂ ਗੱਲਾਂ, ਸੋਹਣੇ ਆਈਡੀਆਜ਼ ਉਹ ਆ ਰਹੇ ਨੇ, ਜਿਨ੍ਹਾਂ ਨੂੰ ਅਵੇਅਰਨੈਸ ਵੀ ਹੈ, ਉਹ ਜਾਣਦੇ ਨੇ, ਉਹਨਾਂ ਨੂੰ ਪਤਾ ਹੈ, ਮਸਲੇ ਦੀ ਸਮਝ ਵੀ ਹੈ। ਹੁਣ ਗੱਲ ਇਹ ਕੋਈ ਸਟੈਪ ਹੈ ਚੁੱਕਿਆ ਜਾਵੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਇੱਕ ਪਲੇਟਫਾਰਮ 'ਤੇ ਲਿਆ ਕੇ ਉਹਨੂੰ ਅੱਗੇ ਤੋਰਿਆ ਜਾਵੇ। ਸੋ ਇੱਥੇ ਇੱਕ ਇਨੀਸ਼ੀਏਟਿਵ ਲੈਣਾ ਬਣਦਾ ਹੈ ਕਿਸੇ ਇਹੀ ਜਿਹੀ ਫੋਰਸ ਵੱਲੋਂ ਆਈਡੀਆ ਦੇ ਖੇਤਰ 'ਚ। ਜੇ ਉਹ ਇਸ ਤਰ੍ਹਾਂ ਦਾ ਸਟੈਪ ਚੁੱਕਣ ਇਸ ਸਿਚੁਏਸ਼ਨ ਦੇ ਵਿੱਚ, ਸੋ ਫਿਰ ਇਸ ਨੂੰ ਕੋਈ ਨਾ ਕੋਈ ਠੋਸ ਰੂਪ, ਇਹਦਾ ਸਰੂਪ ਉੱਭਰ ਕੇ ਸਾਹਮਣੇ ਆ ਸਕਦਾ ਹੈ। ਜਿਹੜੀ ਸੰਘਰਸ਼ ਦੀ ਕਮਾਨ ਜਿਸ ਲੀਡਰਸ਼ਿਪ ਦੇ ਹੱਥ ਦੇ ਵਿੱਚ ਹੈ, ਕਿਉਂਕਿ ਤੁਸੀਂ ਬਾਵਾਸਤਾ ਰਹੇ ਹੋ, ਜਾਣਦੇ ਹੋ ਤਕਰੀਬਨ ਸਾਰਾ ਉਹਨਾਂ ਦੇ ਬਾਰੇ 'ਚ ਇੱਕ ਪੜਚੋਲ ਵੀ ਰੱਖਦੇ ਹੋ, ਤੁਹਾਨੂੰ ਲੱਗਦਾ ਆ ਕਿ ਉਹ ਇਸ ਪਾਸੇ ਨੂੰ ਸਟੈਪ ਲੈਣ ਦੇ ਵੱਲ ਕਾਰਗਰ ਹੋ ਸਕਦੇ ਨੇ ਜਾਂ ਆ ਸਕਦੇ ਨੇ? ਕਿਉਂਕਿ ਹਾਲੀ ਤਰੀਕ
ਵੈਸੇ ਤਾਂ ਜਦੋਂ ਨਹੀਂ ਦੇਖੋ ਕੁਛ ਕਰ ਰਹੇ ਹੁੰਦੇ ਜਿਹੜਾ ਬਹੁਤ ਸਰਗਰਮ ਹਿੱਸਾ ਹੈ ਪਿਛਲੇ ਸਾਰੇ ਸਮੇਂ ਤੋਂ, ਜਿਹਨੇ ਆਪਦੀ ਹੇਠਾਂ ਤੱਕ ਕਾਫੀ ਤਾਣਾ ਬਾਣਾ ਫੈਲਾਇਆ ਹੋਇਆ ਹੈ, ਉਹ ਤਾਂ ਇਹਨੂੰ ਵੈਹੀਮੈਂਟਲੀ ਅਪੋਜ਼ ਕਰਨਗੇ ਕਿਸੇ ਵੀ ਹੱਦ ਤੱਕ ਜਾ ਕੇ। ਮਤਲਬ ਮੈਨੂੰ ਇਹ ਰਿਪੋਰਟਾਂ ਮਿਲੀਆਂ ਵੀ ਕਈ ਥਾਵਾਂ ਤੇ ਧਰਨਿਆਂ 'ਚ ਜੇ ਕਿਸੇ ਬੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਤਾ, ਉਸ ਨੂੰ ਵੀ ਸਨੱਬ ਕੀਤਾ ਗਿਆ ਕਿ ਇੱਥੇ ਜੈ ਜਵਾਨ ਜੈ ਕਿਸਾਨ ਕਹੋ। ਇਸ ਤਰ੍ਹਾਂ ਦਾ ਕੋਈ ਧਾਰਮਿਕ ਗੱਲ ਨਾ ਲਿਆਓ। ਉਹ ਇੱਕ ਇਹ ਹੋ ਸਕਦਾ ਕਿ ਉਹਨਾਂ ਦੀ ਆਪ ਦੀ ਅਪਰੋਚ ਕਰਕੇ ਉਹ ਕਨਫਲਿਕਟ ਮੰਨਦੇ ਆ, ਭਾਵੇਂ ਕਿ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਪਰ ਜੇਕਰ ਕਿਸਾਨੀ ਦੇ ਮੁੱਦੇ ਦੇਖਿਆ ਜਾਏ ਕਿ ਮੁੱਦਾ ਨਵਾਂ ਤਾਂ ਨਹੀਂ ਹੈਗਾ, ਦਹਾਕਿਆਂ ਤੋਂ ਇਹ ਸਿਚੁਏਸ਼ਨ ਚੱਲੀ ਆ ਰਹੀ ਹੈ। ਜਿੰਨਾ ਕਿ ਮੈਂ ਜਾਣਦਾ ਹਾਂ ਕਿ ਕਿਸਾਨ ਧਿਰਾਂ ਦੀ ਆਪ ਦੀ ਕੋਈ ਮਤਲਬ ਇੱਕ ਨੀਤੀ ਹੋਵੇ, ਹਮੇਸ਼ਾ ਸਰਕਾਰੀ ਕਮਿਸ਼ਨਾਂ ਦੇ ਵਿੱਚ ਉਭਾਰੇ ਗਏ ਨੁਕਤਿਆਂ ਨੂੰ ਲਾਗੂ ਕਰਵਾਉਣ ਦੀ ਗੱਲ ਹੁੰਦੀ ਹੈ, ਕੋਈ ਆਪ ਦੀ ਉਹਨਾਂ ਦੀ ਨੀਤੀ ਹੋਵੇ। ਨਹੀਂ ਦੇਖੋ ਜੇ ਤਾਂ ਹਾਂ ਨਹੀਂ, ਇੱਥੇ ਤਾਂ ਹੁਣ ਪੋਜ਼ਿਟਿਵਲੀ ਇਹ ਲਿਆਉਣਾ ਪਊ ਵੀ ਕਿਸਾਨੀ ਦਾ ਉਜਾੜਾ ਅਟੱਲ ਹੈ। ਇੱਕੋ ਚੀਜ਼ ਇਹਨੂੰ ਰੋਕ ਸਕਦੀ ਹੈ ਕਿ ਜਿਹੜਾ ਜੋ ਨੇਸ਼ਨ ਬਿਲਡਿੰਗ ਦਾ ਪ੍ਰੋਸੈਸ ਚੱਲ ਰਿਹਾ ਸਾਰਾ ਰੁਝਾਨ, ਜੇ ਉਹਨੂੰ ਰੋਕਿਆ ਜਾਵੇ। ਉਹਨੂੰ ਰੋਕਣ ਦਾ ਜਿਹੜਾ ਸਭ ਤੋਂ ਕਾਰਗਰ ਅੱਜ ਹੈ ਉਹ ਹੈਗਾ ਫੈਡਰਲਿਜ਼ਮ ਵਾਲਾ। ਸੋ ਜੇ ਉਹ ਅਜੇ ਉਹ ਆਜ਼ਾਦੀ ਤੇ ਨਹੀਂ ਵੀ ਆਉਂਦੇ ਉਹ ਸੈਕਸ਼ਨ, ਜੇ ਉਹ ਫੈਡਰਲਿਜ਼ਮ ਤੇ ਆਉਂਦੇ ਨੇ ਤਾਂ ਇਹ ਇੱਕ ਸਟੈਪ ਫਾਰਵਰਡ ਹੋਏਗਾ। ਸੋ ਮੈਨੂੰ ਲੱਗਦਾ ਹੈ ਕਿ ਜੇ ਇਹ ਸਾਰੇ ਜਦੋਂ ਸੰਕਟ 'ਚ ਆਉਂਦੀ ਹੈ ਨਾ ਕੌਮ, ਉਦੋਂ ਜਿਹੜਾ ਇੰਟੈਲੀਜੈਂਸੀ 'ਚ ਉਹ ਬੰਦੇ ਕੁਛ ਬੋਲਡਲੀ ਉਹਨੂੰ ਫਾਰਮੂਲੇਟ ਕਰਕੇ ਲਿਆਉਂਦੇ ਨੇ ਗੱਲ ਨੂੰ ਵੀ ਤੁਹਾਡਾ ਇਸ ਤਰ੍ਹਾਂ ਹੱਲ ਕਿਵੇਂ ਆ ਭਲਾ। ਹਾਂਜੀ, ਆਖਰੀ ਤੌਰ ਦੇ ਉੱਪਰ ਕਿ ਜਦੋਂ ਹੁਣ ਮੂਵਮੈਂਟ ਇੱਕ ਕਾਫੀ ਪੀਕ ਵੱਲ ਨੂੰ ਵੱਧ ਰਹੀ ਆ, ਜਿੱਥੇ ਜਾਣ ਤੋਂ ਬਾਅਦ ਉਹਨੂੰ ਤਕਰੀਬਨ ਸਸਟੇਨ ਕਰਨਾ ਆਪਣੇ ਆਪ ਦੇ ਵਿੱਚ ਇੱਕ ਮਸਲਾ ਬਣ ਜਾਂਦਾ ਹੈ। ਤਾਂ ਅਜਿਹੇ ਮੌਕੇ ਦੇ ਉੱਪਰ ਜਿਹੜੇ ਵੀ ਸੁਹਿਰਦ ਹਿੱਸੇ ਇਸ ਮਾਮਲੇ ਦੇ ਵਿੱਚ ਸ਼ਾਮਲ ਨੇ, ਉਹਨਾਂ ਲਈ ਨੁਕਤਾਬੱਧ ਤੁਹਾਡੀ ਸਲਾਹ ਕੀ ਹੋਊਗੀ ਕਿ ਕਿਹੜੇ ਕਦਮ ਕਿਸ ਤਰੀਕੇ ਨਾਲ ਲੈਣੇ ਬਣਦੇ? ਦੇਖੋ ਇੱਕ ਤਾਂ ਜਿਹੜੀ ਗੱਲ ਕਾਫੀ ਬੁਲਾਰੇ ਲਗਾਤਾਰ ਉਭਾਰ ਰਹੇ ਨੇ ਨਾ ਕਿ ਆਮ ਤੌਰ ਤੇ ਜਦੋਂ ਏਡੀ ਵੱਡੀ ਮਾਸ ਮੂਵਮੈਂਟ ਆਪ ਮੁਹਾਰੀ ਉੱਠ ਖੜਦੀ ਆ, ਉਹਦੇ ਵਿੱਚ ਨਾ ਬੜੀ ਹੁੱਲੜਬਾਜੀ ਵਾਲਾ ਜਾਂ ਜਿਹੜੀ ਅਨਾਰਕੀ ਫੈਲ ਜਾਂਦੀ ਹੈ ਵੀ ਉਹ ਤੋਂ ਬੜਾ ਚੌਕਸ ਕਰ ਰਹੇ ਨੇ। ਇਹ ਇੱਕ ਗੱਲ ਇੰਨੀ ਕੁ ਤਾਂ ਠੀਕ ਹੈ, ਪਰ ਜਿਹੜੀ ਗੱਲ ਇੱਕ ਪਿਆ ਬਹੁਤ ਵੱਡੀ ਕਮਜ਼ੋਰੀ ਵੀ ਤੁਹਾਡਾ ਪਰਸਪੈਕਟਿਵ ਕੀ ਹੈ, ਉਹ ਅਜੇ ਤੱਕ ਬਹੁਤਾ ਉੱਭਰ ਕੇ ਸਾਹਮਣੇ ਨਹੀਂ ਆ ਰਿਹਾ। ਸੋ ਮੇਰਾ ਤਾਂ ਇਹ ਹੈ ਕਿ ਇਸ ਮੌਕੇ ਦੇ ਉੱਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਇਹ ਡਾਕੂਮੈਂਟ ਆਵੇ ਜਾਂ ਕੋਈ ਇਨੀਸ਼ੀਏਟਿਵ ਇਸ ਤਰ੍ਹਾਂ ਦਾ ਲਿਆ ਜਾਵੇ, ਭਾਵੇਂ ਉਹ ਟਾਕਸ ਰਾਹੀਂ ਆਪਦੇ ਵਿਊ ਪੁਆਇੰਟ ਨੂੰ ਬਹੁਤ ਅਗਰੈਸਿਵਲੀ ਲਿਜਾਣ ਦੀ ਲੋੜ ਹੈ, ਨਹੀਂ ਬਹੁਤ ਬੁਰੀ ਤਰ੍ਹਾਂ ਮਜੂਸੀ ਆਊਗੀ ਲੋਕਾਂ ਦੇ ਮਨਾਂ 'ਚ। ਸੋ ਜੇ ਇਹ ਉੱਧਰ ਨੂੰ ਦੇਖ ਸਕਣ ਕਿ ਇਹਨੂੰ ਆਹ ਡਾਇਰੈਕਸ਼ਨ ਦਿਓ ਹੁਣ, ਫਿਰ ਵਕਤੀ ਜਿਹੜੀ ਰਿਟਰੀਟ ਵੀ ਹੋਊ ਜਾਂ ਸੱਟ ਵੀ ਹੋਊ, ਉਹਨੂੰ ਬੰਦਾ ਇੱਕ ਹੋਰ ਪਰਸਪੈਕਟਿਵ 'ਚ ਰੱਖ ਕੇ ਚੱਲ ਜਾਊਗਾ। ਇਹ ਤਾਂ ਹੁੰਦੀਆਂ ਹੀ ਆ ਅੰਦੋਲਨਾਂ ਦੇ ਵਿੱਚ, ਪਛਾੜਾਂ ਹੁੰਦੀਆਂ, ਹਾਰਾਂ ਵੀ ਹੁੰਦੀਆਂ ਵਕਤੀ, ਪਰ ਉਹ ਤੁਹਾਡਾ ਪਰਸਪੈਕਟਿਵ ਕੀ ਹੈ ਉਹ ਦਿਸਦਾ ਹੋਵੇ ਕਿਤੇ। ਚਲੋ ਇਹੀ ਆਸ ਕਰਦੇ ਹਾਂ ਕਿ ਜੋ ਕਰਨਯੋਗ ਕਾਰਜ ਨੇ ਉਧਰਲੇ ਪਾਸੇ ਧਿਆਨ ਸੰਬੰਧਿਤ ਹਿੱਸਿਆਂ ਦਾ ਜਾਊਗਾ। ਅੱਜ ਦੀ ਇਸ ਗੱਲਬਾਤ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। you